ਦੀਨਾਂ ਦੇ ਬੰਧੂ ਅੰਤਰਜਾਮੀ ਜਾਣਨ ਵਾਲੇ ਬੇਨਤੀਆਂ ਕਰੀਆਂ ਨੇ। ਅੱਗੇ ਜੋ ਪ੍ਰਸੰਗ ਆਵੇ ਪਿਆਰ ਨਾਲ ਸਰਵਣ ਕਰੋ। ਅਮਰੀ ਸੂਚੀ ਰੱਖੋ ਸੰਭਾਰੀ, ਲੇਵਹਿੰਗੇ ਪਰ ਲੋਕ ਅਗਾਰੀ। ਮਹਾਰਾਜ ਜੀ ਕਹਿੰਦੇ ਜੇ ਸੇਵਾ ਹੀ ਕਰਨੀ ਹੈ ਫਿਰ ਐਂ ਕਰ, ਸੂਈ ਸਾਡੀ ਰੱਖ ਲੈ ਸੰਭਾਲ ਕੇ, ਅੱਗੇ ਪਰਲੋਕ ਦੇ ਵਿੱਚ ਤੇਰੇ ਕੋਲੋਂ ਲਵਾਂਗੇ। ਇਹ ਹਮਰੀ ਸੇਵਾ ਦੇ ਤੋਹੀ, ਔਰ ਨਾ ਕਛ ਅਬਲਾਖਾ ਮੋਹੀ। ਇਹ ਸੇਵਾ ਤੈਨੂੰ ਦੇ ਰਹੇ ਹਾਂ, ਹੋਰ ਸਾਡੀ ਕੋਈ ਇੱਛਾ ਨਹੀਂ ਸੇਵਾ ਲੈਣ ਦੇ ਵਾਸਤੇ। ਕਰ ਦੁਨੀ ਚੰਦ ਅਸ ਬੈਨਾ, ਲੈ ਸੂਚੀ ਗਮਨਿਓ ਨਿਜ ਐਨਾ। ਇਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਸੂਈ ਲੈ ਕਰਕੇ ਦੁਨੀ ਚੰਦ ਆਪਣੇ ਘਰੇ ਚਲਿਆ ਗਿਆ। ਕਹੈ ਭਾਰ ਜਾ ਸੋ ਬਚ ਸੋਈ, ਇਹ ਸੂਚੀ ਰਖ ਜਾਏ ਨਾ ਕੋਈ। ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ, ਭਗਵਾਨ ਨੇ ਸੂਈ ਸੰਭਾਲ ਕੇ ਰੱਖੀ, ਬੜੀ ਕੀਮਤੀ ਹੈ, ਕਿਤੇ ਖੋ ਨਾ ਜਾਵੇ। ਗੁਰ ਲੇਵਹਿ ਪਰ ਲੋਕ ਕੇ ਮਾਹੀ, ਅਪਰ ਸਥਾਨ ਲੇਤ ਸੋ ਨਾਹੀ। ਸਤਿਗੁਰੂ ਮਹਾਰਾਜ ਜੀ ਪਰਲੋਕ ਦੇ ਵਿੱਚ ਜਾ ਕੇ ਸੂਈ ਲੈਣਗੇ, ਸਾਡੇ ਕੋਲੋਂ ਹੋਰ ਨਹੀਂ ਜਗ੍ਹਾ ਲੈਣੀ ਉਹਨਾਂ ਨੇ। ਰੱਖੋ ਭਲੀ ਪ੍ਰਕਾਰ ਸੰਭਾਰੀ, ਜਬ ਦੇ ਹੈ ਤਾਂ ਜਬ ਲਿਹੋ ਅਗਾਰੀ। ਚੰਗੀ ਤਰ੍ਹਾਂ ਸੰਭਾਲ ਕਰਕੇ ਰੱਖੋ, ਜਦੋਂ ਅੱਗੇ ਮੰਗਣਗੇ ਫਿਰ ਆਪਾਂ ਦੇਵਾਂਗੇ ਉਹਨਾਂ ਨੂੰ। ਸੁਨਤ ਹੈ ਤੀਏ ਕਹੇ ਬਚ ਐਸੇ, ਆਗੇ ਲੈ ਜਾਵ ਹੋਂਗੇ ਕੈਸੇ। ਸੁਣ ਕਰਕੇ ਘਰ ਵਾਲੀ ਕਹਿਣ ਲੱਗੀ, ਭਲਿਆ ਕਿੱਥੇ ਭੁੱਲਿਆ ਫਿਰਦਾ, ਇਹ ਸੂਈ ਅੱਗੇ ਕਿਵੇਂ ਲੈ ਕੇ ਜਾਵੇਂਗਾ ਪਰਲੋਕ ਦੇ ਵਿੱਚ। ਨਿਤ ਸੰਗੀ ਜੋ ਦੇਹ ਵਿਚਾਰੀ, ਸੋ ਵੀ ਜਾਏ ਨਾ ਸਕੈ ਅਗਾਰੀ। ਜਿਹੜੀ ਨਿਤ ਹਮੇਸ਼ਾ ਨਾਲ ਰਹਿਣ ਵਾਲੀ ਦੇਹੀ ਹੈ, ਜਿਹੜਾ ਸਰੀਰ ਹੈ ਹਮੇਸ਼ਾ ਹੁਣ ਨਾਲ ਰਹਿ ਰਿਹਾ ਹੈ, ਇਹਨੇ ਨਾਲ ਨਹੀਂ ਜਾਣਾ ਤੇ ਸੂਈ ਕਿਵੇਂ ਜਾਵੇਗੀ। ਸੁਨ ਵਿਚਾਰ ਕਰ ਸੋਲੇ ਆਵਾ, ਪਾਸ ਬੈਸ ਕਰ ਬਚਨ ਅਲਾਵਾ। ਸੁਣ ਕੇ ਵਿਚਾਰ ਕੀਤੀ ਵੀ ਗੱਲ ਤਾਂ ਬਿਲਕੁਲ ਹੀ ਠੀਕ ਹੈ, ਤੇ ਉਹ ਲੈ ਕੇ ਸੂਈ ਮਹਾਰਾਜ ਦੇ ਕੋਲੇ ਆ ਕੇ ਬੇਨਤੀ ਕਰਨ ਲੱਗਿਆ। ਨਹਿ ਆਗਿਆ ਇਹ ਸੂਚੀ ਜਾਵੈ, ਇਹ ਬਿਦ ਮੋਤੇ ਨਹਿ ਬਨ ਆਵੈ। ਮਹਾਰਾਜ ਇਹ ਸੇਵਾ ਤਾਂ ਨਹੀਂ ਮੈਂ ਕਰ ਸਕਦਾ, ਇਹ ਸੂਈ ਨਹੀਂ ਮੇਰੇ ਕੋਲੋਂ ਅੱਗੇ ਜਾਣੀ ਹੈ, ਅੱਗੇ ਤਾਂ ਸਰੀਰ ਨਹੀਂ ਜਾਣਾ, ਮੈਨੂੰ ਤਾਂ ਹੁਣ ਪਤਾ ਲੱਗਿਆ। ਬੋਲੇ ਬਚਨ ਤਬੈ ਜਗਤੇਸਾ, ਪਾਇਓ ਸਮੈ ਦੀਨ ਉਪਦੇਸਾ। ਉਸ ਸਮੇਂ ਮਹਾਰਾਜ ਜੀ ਨੇ ਸਮਾਂ ਦੇਖਿਆ ਵੀ ਹੁਣ ਉਪਦੇਸ਼ ਦੇਣ ਦਾ ਸਮਾਂ ਹੈ। ਜਿਵੇਂ ਲੋਹਾਰ ਔਜ਼ਾਰ ਬਣਾਉਣ ਲੱਗਿਆ, ਲੋਹੇ ਨੂੰ ਗਰਮ ਕਰ ਲੈਂਦਾ, ਫਿਰ ਦੇਖ ਲੈਂਦਾ ਵੀ ਗਰਮ ਹੋ ਗਿਆ, ਫਿਰ ਉਹ ਸੱਟ ਸੁੱਟ ਮਾਰਦਾ ਉਹ ਤੇ ਜੋ ਮਰਜ਼ੀ ਬਣਾ ਲਵੇ। ਐਵੇਂ ਜਿਵੇਂ ਮਹਾਰਾਜ ਜੀ ਨੇ ਦੇਖਿਆ, ਸਮਾਂ ਬਣਾਉਂਦੇ ਸੀ ਮਹਾਰਾਜ ਜੀ, ਅੱਗੇ ਵੀ ਆਪਾਂ ਸਰਵਣ ਕਰਾਂਗੇ, ਪਿੱਛੇ ਵੀ ਸਰਵਣ ਕਰਦੇ ਹਾਂ, ਸਮਾਂ ਬਣਾ ਲੈਂਦੇ ਸੀ। ਫਿਰ ਜਦੋਂ ਦੇਖਿਆ ਵੀ ਹੁਣ ਗਾਹਕ ਹੈ, ਹੁਣ ਇਹ 'ਤੇ ਅਸਰ ਕਰੇਗਾ ਉਪਦੇਸ਼ ਦਿੱਤਾ ਹੋਇਆ, ਫਿਰ ਮਹਾਰਾਜ ਜੀ ਉਸ ਤਰੀਕੇ ਅਨੁਸਾਰ ਉਪਦੇਸ਼ ਦਿਆ ਕਰਦੇ ਸੀ। ਵੱਖੋ ਵੱਖਰਾ ਜੁਗਤੀ, ਵੱਖੋ ਵੱਖਰੀ ਉਪਦੇਸ਼ ਸਾਰਿਆਂ ਨੂੰ ਇੱਕੋ ਹੀ ਹੈ। ਦੇਖਿਆ ਮਹਾਰਾਜ ਨੇ ਵੀ ਹੁਣ ਸਮਾਂ ਹੈ, ਉਸ ਸਮੇਂ ਫਿਰ ਮਹਾਰਾਜ ਜੀ ਨੇ ਸੋਹਣੇ ਬਚਨ ਕੀਤੇ ਆ। ਸਬਤ ਲੱਖ ਤੈ ਸੰਚਿਓ ਦਰਬਾ, ਸੋ ਕੈਸੇ ਲੈ ਜਾਵੇ ਸਰਬਾ। ਮਹਾਰਾਜ ਕਹਿੰਦੇ 7 ਲੱਖ ਰੁਪਈਆ ਜਮ੍ਹਾਂ ਕਰੀ ਬੈਠਾ, ਜਿਹੜਾ ਸੂਈ ਤਾਂ ਸਾਡੀ ਛੋਟੀ ਜੀ ਨਾਲ ਨਹੀਂ ਜਾਣੀ, ਇਹ ਇੰਨੇ ਰੁਪਈਏ ਕਿਵੇਂ ਲੈ ਕੇ ਜਾਵੇਂਗਾ। ਤਨ ਕੋ ਸੰਚ ਕਰਹਿ ਬਹੁ ਕਲਮਲ, ਬੋਲੇ ਕੂੜ ਕਰਤ ਹੈ ਛਲ ਬਲ। ਇੱਥੇ ਦਰਬਾ ਲਿਖਿਆ ਹੈ, ਰੁਪਈਏ ਨਹੀਂ ਲਿਖਿਆ। ਕਈ ਵਾਰੀ ਆਪਾਂ ਐਵੇਂ ਸ਼ੰਕਾ ਜਾ ਕਰ ਬੈਠੀ ਵੀ ਰੁਪਈਏ ਤਾਂ ਹੈ ਨਹੀਂ, ਦਰਬ ਲਿਖਿਆ ਹੈ। ਰੁਪਈਏ ਮੈਂ ਕੋਲੋਂ ਹੀ ਕਹਿ ਦਿੱਤਾ ਹੈ, ਕਿਉਂਕਿ ਹੁਣ ਰੁਪਈਏ ਦਰਬ ਨੂੰ ਹਰ ਕੋਈ ਜਾਣਦਾ ਨਹੀਂ, ਉਹਦਾ ਵਿਆਖਿਆ ਕਰਨ ਵਾਸਤੇ ਬਹੁਤ ਟਾਈਮ ਲੱਗੂਗਾ। ਮਹਾਰਾਜ ਕਹਿੰਦੇ 700 ਜਿਹੜਾ ਦਰਬ ਕੋਲੇ ਰੱਖਿਆ ਕਿਵੇਂ ਲੈ ਕਰਕੇ ਜਾਵੇਂਗਾ। ਤੇ ਧਨ ਨੂੰ, ਮਾਇਆ ਨੂੰ, ਇਹ ਦਰਬ ਨੂੰ ਇਕੱਠਾ ਕਰਨ ਦੇ ਵਾਸਤੇ ਬਹੁਤੇ ਕਲਮਲ ਪਾਪ ਕਰਦਾ ਹੈ। ਬੋਲੇ ਕੂੜ ਕਰਤਾ ਹੈ ਛਲ ਬਲ, ਝੂਠ ਬੋਲਦਾ ਹੈ, ਬੜਾ ਛਲ ਵਾਲਾ ਵਪਾਰ ਕਰਦਾ ਹੈ। ਆਗੇ ਸੰਗ ਨਾ ਹੋਤ ਸਹਾਈ, ਸੰਚਿਤ ਸੰਚਿਤ ਔਦ ਬਿਹਾਈ। ਇਹਨੂੰ ਦਰਬ ਨੂੰ ਇਕੱਠਿਆਂ ਕਰਦਿਆਂ ਆਪਣੀ ਉਮਰ ਬਤੀਤ ਕਰ ਦਿੱਤੀ, ਅੱਗੇ ਤਾਂ ਨਾਲ ਗਏ ਹੀ ਨਹੀਂ। ਇਹ ਦਰਬ ਮਾਇਆ ਜਿਹੜੀ ਹੈ, ਕੋਈ ਸਹਾਇਤਾ ਨਾ ਕਰੀ ਇਸਨੇ। ਪਰਿਓ ਰਹਿ ਤਨ ਮਿਰਤੂ ਸੋ ਆਈ, ਕਰਤ ਪਾਪ ਸੋ ਜੀਵ ਪਹੁੰਚਾਈ। ਤੇ ਮੌਤ ਆ ਗਈ ਹੈ, ਧਨੋਂ ਵਿੱਚ ਜਿਵੇਂ ਪਿਆ ਰਹਿ ਗਿਆ। ਜਿਹੜੇ ਪਾਪ ਕੀਤੇ ਉਹ ਫਿਰ ਜੀਵ ਆਤਮਾ ਨੂੰ ਅੱਗੇ ਭੋਗਣੇ ਪੈਂਦੇ ਆ। ਸਰਿਓ ਦਰਬ ਤੇ ਕੋਨੇ ਕਾਮਾ, ਬਿਨਾ ਪੁੰਨ ਤੇ ਦੁੱਖ ਕੋ ਧਾਮਾ। ਫਿਰ ਦੁਨੀ ਚੰਦਾ ਦੱਸ, ਮਾਇਆ ਦੇ ਕੋਲੋਂ ਕੀ ਕੰਮ ਸਰਿਆ। ਪੁੰਨ ਕੀਤਾ ਕੋਈ ਨਹੀਂ, ਪੁੰਨ ਤੋਂ ਬਗੈਰ ਇਹਨੇ ਮਾਇਆ ਨੇ ਜਮਾਂ ਦੇ ਘਰ ਨੂੰ ਪਹੁੰਚਾ ਦਿੱਤਾ। ਦੁਨੀ ਚੰਦ ਸੁਨ ਗਿਰਾ ਉਚਾਰੀ, ਕਿਸ ਪ੍ਰਕਾਰ ਸੰਗ ਜਾਏ ਅਗਾਰੀ। ਸੁਣ ਕੇ ਦੁਨੀ ਚੰਦ ਹੈਰਾਨ ਹੋ ਗਿਆ, ਕਿਉਂਕਿ ਅੱਜ ਤੱਕ ਤਾਂ ਇਹ ਗੱਲ ਸੋਚੀ ਹੀ ਨਹੀਂ ਸੀ। ਕੋਈ ਟਾਈਮ ਹੀ ਬਣਦਾ, ਕੋਈ ਪੂਰਵਲੇ ਕਰਨ ਸੀ। ਉਸ ਸਮੇਂ ਬੇਨਤੀ ਕਰਨ ਲੱਗਿਆ, ਮਹਾਰਾਜ ਫਿਰ ਕੋਈ ਜੁਗਤੀ ਦੱਸੋ ਜਿਸ ਤਰੀਕੇ ਅਨੁਸਾਰ ਇਹ ਨਾਲ ਚਲੇ ਜਾਵੇ, ਕਿਉਂਕਿ
ਬਹੁਤ ਔਖੀ ਇਕੱਠੀ ਕਰੀ ਹੈ ਮਹਾਰਾਜ, ਬੜੇ ਪਾਪੜ ਵੇਲੇ ਨੇ ਇਹਨੂੰ ਇਕੱਠੀ ਕਰਨ ਦੇ ਵਾਸਤੇ। ਹੁਣ ਇਹਨੂੰ ਛੱਡਿਆ ਕਿਵੇਂ ਜਾਵੇ? ਕੋਈ ਜੁਗਤੀ ਦੱਸੋ ਜਿਸ ਦੇ ਨਾਲ ਅੱਗੇ ਚਲੀ ਜਾਵੇ। ਸੋ ਕਰਨਾ ਕਰ ਮੁਝੇ ਬਤਾਬਹੁ, ਦੀਨ ਜਾਨ ਉਪਦੇਸ਼ ਦ੍ਰਿੜਾਵਹੁ। ਹੇ ਦਇਆ ਦੇ ਸਮੁੰਦਰ, ਕਿਰਪਾ ਕਰਕੇ ਮੈਨੂੰ ਉਹ ਯਤਨ ਦੱਸ ਦਿਓ। ਦੀਨ ਜਾਣ ਕਰਕੇ ਮੈਨੂੰ, ਆਪਣਾ ਆਜਿਜ਼ ਜਾਣ ਕਰਕੇ, ਮਰ ਸੇਵਕ ਜਾਣ ਕਰਕੇ ਮੈਨੂੰ ਉਪਦੇਸ਼ ਦੇਵੋ। ਗੁਰੂ ਪਨੈ ਸੁਨੀਏ ਦੇ ਚੀਤਾ, ਇਸ ਪ੍ਰਾਨੀ ਕੇ ਤੀਨੋਂ ਮੀਤਾ। ਮਹਾਰਾਜ ਕਹਿੰਦੇ ਚਿੱਤ ਦੇ ਕੇ ਧਿਆਨ ਨਾਲ ਗੱਲ ਸੁਣ। ਇੱਕ ਤਾਂ ਹੁੰਦਾ ਵੀ ਐਵੇਂ ਆਮ ਹੀ ਸੁਣ ਲਈ, ਕਿਉਂਕਿ ਇਹ ਬਹੁਤ ਵੱਡਾ ਉਪਦੇਸ਼ ਹੈ। ਬੜਾ ਧਿਆਨ ਦੇ ਨਾਲ ਚਿੱਤ ਇੱਧਰ ਨੂੰ ਜੋੜ ਕਰਕੇ ਸੁਣਨਾ ਕਰ। ਮਨ ਬੁੱਧ ਚਿੱਤ ਅਹੰਕਾਰ ਚਿੱਤ ਹੈ ਜਿਹਦੇ ਵਿੱਚੋਂ ਉਹ ਜਿੱਧਰ ਨੂੰ ਮਰਜ਼ੀ ਇਸ ਨੂੰ ਜੋੜ ਲਈਏ। ਮਹਾਰਾਜ ਕਹਿੰਦੇ ਚਿੱਤ ਦੇ ਕੇ ਸੁਣਨਾ ਕਰ। ਇਸ ਪ੍ਰਾਣੀ ਦੇ ਪ੍ਰਾਣਾ ਧਾਰੀ, ਜਿਹੜੇ ਪ੍ਰਾਣਾਂ ਨੂੰ ਧਾਰਨ ਵਾਲਾ ਉਹ ਹੈ ਪ੍ਰਾਣੀ। ਜਦੋਂ ਪ੍ਰਾਣ ਨਿਕਲ ਗਏ ਫਿਰ ਹੋ ਗਿਆ ਮੁਰਦਾ। ਇਹ ਦੁਨੀ ਚੰਦ ਸੁਣਨਾ ਕਰ। ਇਸ ਪ੍ਰਾਣੀ ਦੇ 3 ਮਿੱਤਰ ਹਨ। ਦਰਬ ਪਰਿਵਾਰ ਕਰਮ ਲਖ ਲੀਜੈ, ਜਸ ਸੰਗੀ ਤਸ ਦਸਾ ਸੁਨੀਜੈ। 3 ਮਿੱਤਰ ਹਨ, ਦਰਬ, ਮਾਇਆ, ਰੁਪਈਏ। ਫਿਰ ਕਹਦੇ ਆ ਮੈਂ ਰੁਪਈਏ ਤੇ ਜਿਤਨੇ ਦੁਨੀਆ ਦੇ ਪਦਾਰਥ ਹਨ, ਮਹਿਲ ਮਕਾਨ ਕੋਠੀਆਂ ਕਹਿ ਲਓ। ਤੇ ਦੂਸਰਾ ਹੈ ਪਰਿਵਾਰ, ਸਾਕ ਸੰਬੰਧੀ ਜੋ ਹਨ। ਤੀਸਰੇ ਕਰਮ ਹਨ। ਤੇ ਇਹਨਾਂ ਤਿੰਨਾਂ ਦੀ ਮਿੱਤਰਤਾ ਜਿੱਥੋਂ ਤੱਕ ਨਿਭਦੀ ਹੈ ਉਹ ਵੀ ਤੈਨੂੰ ਦੱਸ ਦਿੰਦੇ ਆ, ਉਹ ਵੀ ਸੁਣ ਲੈ ਧਿਆਨ ਦੇ ਨਾਲ। ਜਬ ਲੋ ਪ੍ਰਾਨ ਰਹਿ ਤਨ ਮਾਹੀ, ਤਬ ਲੋ ਤਨ ਮਿਤ ਬਹਰੋ ਨਾਹੀ। ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਪ੍ਰਾਣ ਹਨ, ਪ੍ਰਾਣ ਚੱਲਦੇ ਆ, ਸਵਾਸ ਚੱਲਦੇ ਆ, ਉਨੀ ਦੇਰ ਤੱਕ ਧਨ ਦੀ ਮਿੱਤਰਤਾ ਹੈ। ਉਦੋਂ ਬਾਅਦ ਨਹੀਂ ਹੈ। ਲੇਤ ਸੰਭਾਰ ਅਪਰਹੀ ਜਾਕੋ, ਕਲਮਲ ਅਨਕ ਕੀਏ ਹਿਤ ਜਾਕੋ। ਜਿਹੜੀ ਮਾਇਆ ਦੇ ਵਾਸਤੇ ਬਹੁਤ ਪਾਪ ਕਰਨੇ ਕੀਤੇ, ਨਾ ਕਰਨ ਵਾਲੇ ਕੰਮ ਵੀ ਕਰੇ, ਜਦੋਂ ਪ੍ਰਾਣ ਨਿਕਲ ਗਏ ਉਸ ਤੋਂ ਬਾਅਦ ਫਿਰ ਹੋਰਾਂ ਨੇ ਸੰਭਾਲ ਲੈਣੀ ਹੈ। ਤਨ ਕੇ ਦਹਾ ਤੀਕ ਪਰਵਾਰਾ, ਪੁੰਨ ਤ੍ਰਿਣ ਤੋਰੇ ਆਏ ਅਗਾਰਾ। ਇਹ ਤਾਂ ਹੈ ਮਾਇਆ ਦੀ ਮਿੱਤਰਤਾ, ਜਿੰਨੀ ਦੇਰ ਤੱਕ ਸਵਾਸ ਚੱਲਦੇ ਨੇ। ਉਸ ਤੋਂ ਬਾਅਦ ਪਰਿਵਾਰ ਦੀ ਮਿੱਤਰਤਾ ਹੈ। ਉਹ ਹੈ ਸਰੀਰ ਦੇ ਦਾਹ ਸੰਸਕਾਰ ਕਰਨ ਤੱਕ, ਉੱਥੇ ਤੱਕ ਨਾਲ ਜਾਂਦੇ ਨੇ। ਉਦੋਂ ਬਾਅਦ ਤ੍ਰਿਣ ਤੋਰ ਹੈ, ਡੱਕਾ ਤੋੜ ਕਰਕੇ ਸੁੱਟ ਦਿੰਦੇ ਨੇ ਉਹਦੇ ਵਿੱਚ, ਸ਼ਮਸ਼ਾਨ ਭੂਮਿਕਾ ਚਿਖਾ ਦੇ ਵਿੱਚ। ਅਗਾਰਾ ਕਹਿੰਦੇ ਨੇ ਘਰ ਮੁੜ ਕੇ ਫਿਰ ਘਰ ਨੂੰ ਆ ਜਾਂਦੇ ਆ। ਆ ਗਏ ਕੋਏ ਨਾ ਸੰਗ ਸਹਾਈ, ਜਿਨ ਸੋ ਹੇਤ ਕਰ ਔਦ ਬਤਾਈ। ਜਿਨ੍ਹਾਂ ਦੇ ਨਾਲ ਹੇਤ ਪਿਆਰ ਕਰਕੇ ਔਦ ਸਾਰੀ ਉਮਰ ਬਤੀਤ ਕਰ ਦਿੱਤੀ, ਉਹ ਇੱਥੇ ਡੱਕਾ ਸੁੱਟ ਕੇ ਮੁੜੇ। ਅੱਗੇ ਪਰਲੋਕ ਦੇ ਵਿੱਚ ਕੋਈ ਵੀ ਸਹਾਈ ਨਾ ਹੋਇਆ, ਕੋਈ ਮਿੱਤਰ ਨਾ ਬਣਿਆ। ਤੀਜੇ ਕਰਮ ਮੀਤ ਇਸ ਕੇਰੇ, ਸੇਨਤ ਸੰਗੀ ਜਾਹੇ ਅਗੇਰੇ। ਤੀਜੇ ਮਿੱਤਰ ਦੁਨੀ ਚੰਦਾ ਕਰਮ ਹਨ ਇਸ ਦੇ, ਜੋ ਨਿੱਤ ਹੀ ਸੰਗੀ ਜਾਂਦੇ ਨੇ। ਮਾਇਆ ਜਿਹੜੀ ਹੈ ਦੱਸ ਦਿੱਤੀ ਵੀ ਪ੍ਰਾਣਾ ਤੱਕ ਹੈ, ਸਵਾਸਾਂ ਤੱਕ ਹੈ। ਪਰਿਵਾਰ ਦੀ ਮਿੱਤਰਤਾ ਸ਼ਮਸ਼ਾਨ ਭੂਮਿਕਾ ਤੱਕ, ਮੜੀਆਂ ਤੱਕ, ਕਬਰਾਂ ਤੱਕ ਹੈ। ਤੀਜੇ ਕਰਮ ਮਿੱਤਰ ਹਨ, ਜੋ ਸੰਗੀ ਇੱਥੇ ਵੀ ਨਾਲ ਨੇ, ਹਰ ਟਾਈਮ ਇਹਦੇ ਨਾਲ ਰਹਿੰਦੇ ਨੇ। ਕਰਮ ਜਿਹੇ ਜੇ ਕਰਦੇ ਹਾਂ ਉਹ ਜੀ ਮਹਾਰਾਜ ਜੀ ਕਈ ਵਾਰੀ ਦੇਖਦੇ ਹਾਂ ਬਹੁਤ ਵੱਡਾ ਐਕਸੀਡੈਂਟ ਹੋ ਜਾਂਦਾ, ਬਚਾਅ ਹੋ ਗਿਆ, ਗੱਡੀ ਖਤਮ ਹੋ ਗਈ ਹੈ, ਉਹ ਕਰਮ ਬਚਾ ਲੈਂਦੇ ਨੇ। ਹੋਰ ਵੀ ਕਈ ਐਸਾ ਗੱਲ ਬਣਦੀ ਹੈ। ਇੱਥੇ ਵੀ ਸੰਗੀ ਨੇ ਤੇ ਅੱਗੇ ਪਰਲੋਕ ਵਿੱਚ ਵੀ ਨਾਲ ਹੀ ਜਾਂਦੇ ਆ। ਬੁਰੇ ਕੇ ਭਲੇ ਕਰੇ ਹੈ ਜੈਸੇ, ਫਲ ਦੇਵੈ ਤਸ ਹਟੈ ਨ ਕੈਸੇ। ਭਾਵੇਂ ਬੁਰੇ ਕਰਮ ਕੀਤੇ ਆ ਉਹਨਾਂ ਨੇ ਵੀ ਨਾਲ ਜਾਣਾ, ਉਹਨਾਂ ਨੇ ਵੀ ਉਹੋ ਜਿਹਾ ਫਲ ਦੇਣਾ ਹੈ। ਜੇ ਭਲੇ ਕਰਿਆ, ਚੰਗੇ ਕਰਿਆ, ਉਹ ਵੀ ਨਾਲ ਜਾਣਗੇ, ਉਹੋ ਜਿਹਾ ਫਿਰ ਉਹ ਫਲ ਦੇਣਗੇ। ਇਸ ਬਿਦ ਹਿਰਦੈ ਵਿਚਾਰ ਕਰੀਜੈ, ਦਰਬ ਭਲੇ ਕਰਮਨ ਮੈਂ ਦੀਜੈ। ਇਸ ਤਰ੍ਹਾਂ ਹਿਰਦੇ ਵਿੱਚ ਵਿਚਾਰ ਕਰ ਲੈ ਦੁਨੀ ਚੰਦਾ। ਅੱਗੇ ਤਾਂ ਗਿਆਨ ਤੈਨੂੰ ਹੈ ਹੀ ਵੀ ਜੇ ਬੁਰੇ ਕਰਮ ਕਰਾਂਗੇ ਬੁਰਾ ਫਲ ਮਿਲੇਗਾ, ਜੇ ਬੁਰਾ ਫਲ ਲੈਣਾ, ਨਰਕਾਂ ਵਿੱਚ ਜਾਣਾ, ਦੁੱਖ ਸਹੇੜਨੇ ਨੇ, ਤਾਂ ਬੁਰੇ ਕਰਮ ਕਰ ਲੈ ਭਾਈ। ਜੇ ਅੱਗੇ ਸੁੱਖ ਲੈਣਾ ਤਾਂ ਚੰਗੇ ਕਰਮ ਕਰ ਲੈ। ਹਿਰਦੇ ਵਿੱਚ ਤੂੰ ਆਪ ਵਿਚਾਰ ਕਰ। ਆਗੇ ਹੋਵੇ ਤੋਹਿ ਸਹਾਈ, ਸਤਨਾਮ ਜਪੀਐ ਲਿਵ ਲਾਈ। ਸਭ ਤੋਂ ਜਿਹੜਾ ਜ਼ਿਆਦਾ ਮਿੱਤਰ ਹੈ ਅੱਗੇ ਜਾ ਕੇ ਸਾਥ ਨਿਭਾਵੇਗਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਪੰਜਵੇਂ ਜਾਮੇ ਵਿੱਚ ਕਹਿਣਗੇ ਮਨੂਹਾ ਨਾਮ ਤੇਰਾ ਸੰਗ ਸਹਾਈ। ਮਹਾਰਾਜ ਜੀ ਕਹਿੰਦੇ ਸਤਨਾਮ ਜਪੀਐ ਲਿਵ ਲਾਈ। ਲਿਵ ਲਾ ਕਰਕੇ ਸੱਚਾ ਨਾਮ ਜਿਹੜਾ ਵਾਹਿਗੁਰੂ ਪਰਮੇਸ਼ਰ, ਅਨੇਕਾਂ ਨਾਮ ਨੇ ਸਾਨੂੰ ਵਾਹਿਗੁਰੂ ਦਾ ਹੁਕਮ ਦਿੱਤਾ ਹੈ, ਤੇ ਉਹ ਜਪਣਾ ਕਰੋ ਜਿਹੜਾ ਅੱਗੇ ਤੇਰਾ ਸਹਾਈ ਹੋਵੇਗਾ। ਸਤ ਸੰਗਤ ਕੋ ਕਰੋ ਮਿਲਾਪਾ, ਤਜੀਏ ਅਪਰ ਵਿਕਾਰ ਕਲਾਪਾ। ਜਿੰਨੇ ਹੋਰ ਵਿਕਾਰ, ਬੱਬੇ ਨੂੰ ਸਿਆਰੀ
ਬੇ ਬਣ ਜਾਂਦਾ, ਕਾਰ ਕਾਰ ਕੰਮ ਹੁੰਦਾ, ਬੇਕਾਰ, ਜਿਨ੍ਹਾਂ ਦਾ ਕੋਈ ਅਰਥ ਨਹੀਂ, ਕਲਾਪਾ ਕਲਪਨਾ ਕਰਨ ਵਾਲੇ ਜਿੰਨੇ ਹੋਰ ਬੇਅਰਥ ਕੰਮ ਹਨ, ਉਹਨਾਂ ਦਾ ਤਿਆਗ ਕਰ ਦਿਓ। ਦੁਬਾਰਾ ਪੰਕਤੀ ਪੜ੍ਹਿਓ ਜੀ ਪਹਿਲੀ। ਸਤ ਸੰਗਤ ਕੋ ਕਰੋ ਮਿਲਾਪਾ, ਤਜੀਏ ਅਪਰ ਵਿਕਾਰ ਕਲਾਪਾ। ਸਾਰੇ ਬੇਕਾਰ ਕੰਮਾਂ ਦਾ ਤਿਆਗ ਕਰ ਦਿਓ ਤੇ ਸਤ ਸੰਗਤ ਦਾ ਮਿਲਾਪ ਕਰਨਾ ਕਰੋ, ਸੱਚੀ ਸੰਗਤ ਦੇ ਵਿੱਚ ਪਹੁੰਚੋ। ਇਸ ਪ੍ਰਕਾਰ ਸੁਨ ਗੁਰ ਕੀ ਬਾਣੀ, ਦੁਨੀ ਚੰਦ ਮਨ ਮੈਂ ਪਨ ਬਾਣੀ। ਇਸ ਤਰ੍ਹਾਂ ਮਹਾਰਾਜ ਜੀ ਦੀ ਜਿਹੜੀ ਪਵਿੱਤਰ ਬਾਣੀ ਸੀ, ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ, ਸੁਣੀ ਦੁਨੀ ਚੰਦ ਨੇ ਤੇ ਮਨ ਦੇ ਵਿੱਚ ਵਿਚਾਰ ਵੀ ਕੀਤੀ ਹੈ ਵੀ ਬਿਲਕੁਲ ਸੱਚ ਹੈ। ਅਦਕ ਦਰਬ ਇਕਠੋ ਕੀਏ ਜੇਤੋ, ਸੰਤਨ ਹਿਤੋ ਖਰਚਿਓ ਸਭ ਤੇਤੋ। ਜਿੰਨੀ ਮਾਇਆ ਇੱਕ ਜਗ੍ਹਾ ਇਕੱਠੀ ਕੀਤੀ ਹੋਈ ਸੀ, ਸਾਰੇ ਪੁੰਨ ਅਰਥ ਲਾ ਦਿੱਤੀ, ਸਾਧੂ ਸੰਤ ਮਹਾਂਪੁਰਖ ਔਰ ਗਰੀਬਾਂ ਦੇ ਲੇਖੇ ਦੇ ਵਿੱਚ ਲਾ ਦਿੱਤੀ ਹੈ। ਅਨਕ ਪ੍ਰਕਾਰ ਕਰਾਏ ਆਹਾਰਾ, ਸੰਤਨ ਕਰਿਓ ਪ੍ਰਸੰਨ ਜਿਵਾਰਾ। ਉਹ ਤੋਂ ਬੀਜਿਆ ਗਿਆ ਹੈ, ਉਹ ਘਟਦਾ ਨਹੀਂ ਹੈ, ਵੱਧਦਾ ਹੀ ਜਾਂਦਾ। ਜਿਹੋ ਜਿਹਾ ਧਰਤੀ ਵਿੱਚ ਬੀਜ ਬੀਜਾਂਗੇ ਉਹ ਜਿਹਾ ਫਲ ਪ੍ਰਾਪਤ ਹੋ ਜਾਇਆ ਕਰਦਾ, ਇਸ ਕਰਕੇ ਬੀਜਿਆ ਗਿਆ। ਅੱਗੇ ਦੁਬਾਰਾ ਪੜੋ ਜੀ। ਸੰਤਨ ਕਰਿਓ ਪ੍ਰਸੰਨ ਜਿਵਾਰਾ। ਜਿਵਾਰਾ ਕਹਿੰਦੇ ਨੇ ਭੋਜਨ ਚੁਕਾਉਣਾ। ਸਾਧੂ ਸੰਤਾਂ ਮਹਾਂਪੁਰਖਾਂ ਨਾਮ ਜਪਣ ਵਾਲਿਆਂ ਨੂੰ ਜਾਂ ਸਾਰਿਆਂ ਵਾਸਤੇ ਖੁੱਲਾ ਲੰਗਰ ਲਾ ਦਿੱਤਾ ਹੈ। ਬਹੁਤੇ ਬਸਤਰ ਸਿਵਾਏ ਪਹਿਰਾਈ, ਬਹੁਤ ਸਾਰੇ ਬਸਤਰ ਸਿਲਾਈ ਕਰਾ ਕੇ, ਜਿਨ੍ਹਾਂ ਨੂੰ ਕੱਪੜਿਆਂ ਦੀ ਲੋੜ ਹੈ ਕੱਪੜੇ ਪਵਾ ਦਿੱਤੇ ਆ। ਮਿਲ ਸਤ ਸੰਗਤ ਸਮਾਂ ਬਿਤਾਏ, ਸਤ ਸੰਗ ਦੇ ਵਿੱਚ ਮਿਲ ਕਰਕੇ ਸਮਾਂ ਬਤੀਤ ਕਰਨ ਲੱਗ ਪਿਆ। ਸਿਮਰੇ ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ ਦਾ ਸਿਮਰਨ ਕਰਦਾ ਹਮੇਸ਼ਾ ਹੀ। ਤੁਝੇ ਬੇਅਰਥ ਜੇ ਕਰਕੇ ਕੰਮ, ਜਿਨ੍ਹਾਂ ਦਾ ਅਰਥ ਕੋਈ ਨਹੀਂ, ਬੇਅਰਥ ਕੰਮ ਹਨ, ਉਹਨਾਂ ਸਾਰਿਆਂ ਦਾ ਤਿਆਗ ਕਰ ਦਿੱਤਾ। ਪਾ ਨਿਹਾਲ ਤਤਕਾਲ ਵਿਸਾਲਾ, ਬੜੀ ਜਲਦੀ ਹੀ ਨਿਹਾਲ ਹੋ ਗਿਆ। ਪੂਰਬਲੇ ਕਰਮ ਕਰੇ ਸੀ ਤਾਂ ਚੱਲ ਕੇ ਮਹਾਰਾਜ ਜੀ ਆਏ ਨੇ ਇੱਥੇ, ਤੇ ਬੜੀ ਜਲਦੀ ਨਿਹਾਲ ਹੋ ਗਿਆ ਹੈ। ਦਰ ਉਪਦੇਸ਼ ਜੋ ਦਿਓ ਦਿਆਲਾ, ਜਿਹੜਾ ਦਿਆਲੂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਉਹ ਹਿਰਦੇ ਵਿੱਚ ਧਾਰਨ ਕਰ ਲਿਆ। ਜਿਸ ਤੇ ਵਿਦਾ ਹੋਏ ਵਿਦਨੀ ਕੀ, ਸੋਹਣੀ ਵਿਧੀ ਨਾਲ ਇਹਦੇ ਕੋਲੋਂ ਮਹਾਰਾਜ ਜੀ ਵਿਦਾ ਹੋ ਕੇ ਅੱਗੇ ਚੱਲ ਪਏ। ਸਿਮਰਤ ਸੁਧ ਕੀਨੀ ਪਗਨੀ ਕੀ, ਸਿਮਰਤ ਯਾਦ ਕਰ ਰਹੀ ਹੈ, ਭਗਨੀ ਭੈਣ ਨੂੰ ਕਹਿੰਦੇ ਨੇ। ਭੈਣ ਯਾਦ ਕਰ ਰਹੀ ਹੈ ਤੇ ਭੈਣ ਬੰਨੀ ਖਿਆਲ ਚਲਿਆ ਗਿਆ। ਮਰਦਾਨੇ ਸੋ ਗਿਰਾ ਅਲਾਈ, ਭਾਈ ਮਰਦਾਨਾ ਜੀ ਨੂੰ ਬਚਨ ਕਰਿਆ। ਕਿਉਂ ਯਾਦ ਪਗਨੀ ਮੁਜਤਾਈ। ਮਰਦਾਨਾ ਜੀ ਇਸ ਟਾਈਮ ਭੈਣ ਜੀ ਸਾਨੂੰ ਯਾਦ ਕਰ ਰਹੇ ਆ। ਕਲ ਸੁਲਤਾਨਪੁਰੇ ਸੁਧ ਲੀਜੈ, ਚਲੋ ਸੁਲਤਾਨਪੁਰ ਜਾ ਕਰਕੇ ਉਹਨਾਂ ਦੀ ਖਬਰ ਲੈਣੀ ਕਰੀਏ। ਬੇਬੇ ਜੀ ਕੀ ਖੁਸ਼ੀ ਕਰੀਜੈ, ਪਿਆਰ ਵਿੱਚ ਬੇਬੇ ਕਹਿੰਦੇ ਭੈਣ ਨੂੰ, ਬੇਬੇ ਦੀ ਖੁਸ਼ੀ ਲੈਣੀ ਕਰੀਏ। ਅਸ ਕਹਿ ਗਮਨੇ ਇੱਕ ਛਿਨ ਮਾਹੀ, ਇੱਕ ਛਿਨ ਦੇ ਵਿੱਚ ਹੀ ਉੱਥੋਂ ਚੱਲ ਪਏ ਲਾਹੌਰ ਤੋਂ। ਪਹੁੰਚਤ ਪੇਪੁਰ ਹੁਤਾ ਜੁਹਾਈ, ਬਸ ਪਹੁੰਚ ਗਏ ਜਿੱਥੇ ਸੁਲਤਾਨਪੁਰ ਨਗਰ ਸੀ, ਉੱਥੇ ਪਹੁੰਚ ਗਏ। ਖਿਆਲ ਕਰਿਆ ਤੇ ਪਹੁੰਚ ਗਏ ਸੁਰਤੀ ਦੀ ਸਵਾਰੀ। ਸਦਨ ਸੁਸਾ ਕੇ ਪ੍ਰਵਿਸੇ ਜਬ ਹੀ, ਜਦੋਂ ਭੈਣ ਜੀ ਦੇ ਘਰੇ ਜਾ ਪਹੁੰਚੇ, ਹਰਖ ਪਰੀ ਤੂਰਨ ਉੱਠ ਤਬ ਹੀ। ਬਹੁਤ ਖੁਸ਼ ਹੋ ਗਈ, ਉੱਠ ਕੇ ਖੜੇ ਹੋਏ ਭੈਣ ਜੀ। ਕਰਨ ਬੰਦਨਾ ਪਗ ਤਰਵਤਾਈ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਦੇ ਵਾਸਤੇ ਜਦੋਂ ਭੱਜ ਕੇ ਆਏ, ਲੋਚਨ ਤੇ ਜਲ ਤਰਾ ਬਹਾਈ। ਨੇਤਰਾਂ ਦੇ ਵਿੱਚੋਂ ਜਲ ਦੀ ਧਾਰਾ ਬਹਾ ਦਿੱਤੀ, ਹੰਝੂਆਂ ਦੀ ਲੜੀ ਚੱਲ ਪਈ ਹੈ। ਕਰ ਪਰ ਲੈ ਸਿਰ ਕਹਿ ਹਿਤ ਬੈਨਾ, ਮਹਾਰਾਜ ਜੀ ਨੇ ਬੜੀ ਜਲਦੀ ਭੈਣ ਦਾ ਸਿਰ ਹੱਥਾਂ ਦੇ ਵਿੱਚ ਫੜ ਲਿਆ ਤੇ ਬਚਨ ਕੀਤੇ। ਐਸ ਗਏ ਮਚ ਪਰ ਗੁਣ ਐਨਾ, ਬੜੇ ਪਿਆਰ ਦੇ ਬਚਨ ਕਰਨੇ ਕੀਤੇ ਤੇ ਮੰਚ ਪਲੰਗ ਦੇ ਉੱਪਰ ਬੈਠ ਕੇ ਗੁਣਾਂ ਦੇ ਘਰ। ਤੈ ਛਿਨ ਚਲ ਜਾ ਰਾਮ ਕਹਿ ਆਵਾ, ਇੰਨੀ ਦੇਰ ਤੱਕ ਜੈ ਰਾਮ ਜੀ ਨੂੰ ਪਤਾ ਲੱਗਿਆ ਬਾਹਰ ਸੀ, ਉਹ ਵੀ ਆ ਗਏ। ਦਰਸ ਬਿਲੋਕਤ ਉਰ ਹਰ ਖਾਵਾ, ਦਰਸ਼ਨ ਦੇ ਕੇ ਹਿਰਦੇ 'ਚ ਬੜੇ ਖੁਸ਼ ਹੋਏ ਆ। ਕਰ ਬੰਧਨ ਵੈਸਿਓ ਕਰ ਪ੍ਰੇਮਾ, ਬੰਧਨ ਕਰਕੇ ਨਮਸਕਾਰ ਕਰਕੇ ਪ੍ਰੇਮ ਦੇ ਨਾਲ ਬੈਠ ਗਏ ਆ। ਬੂਝ ਪਰਸ ਪਰ ਕੁਸਲੰ ਖੇਮਾ, ਆਸ ਵਿੱਚ ਇੱਕ ਦੂਜੇ ਤੋਂ ਸੁਖ ਸੰਦ ਪੁੱਛਣੀ ਕਰੀ ਹੈ। ਬਹੁਤ ਵਰਖ ਬੀਤੇ ਬਿਨ ਦਰਸ਼ਨ, ਇਉਂ ਕਹੈ ਭਗਨੀ ਗੇਰਤ ਆਸੁਨ। ਭੈਣ ਬੇਬੇ ਨਾਨਕੀ ਜੀ ਕਹਿਣ ਲੱਗੇ, ਵੀਰਾ ਬਹੁਤ ਬਰੇ ਬਤੀਤ ਹੋ ਗਏ ਨੇ ਤੁਹਾਡੇ ਦਰਸ਼ਨ ਕਰਿਆ ਨੂੰ। ਹਮੈ ਵਿਸਾਰ ਦਿਓ ਨਿਜ ਮਨ ਤੇ, ਹਰਖ ਹੋਤ ਰਾਵਰ ਦਰਸ਼ਨ ਤੇ। ਤੁਹਾਡੇ ਦਰਸ਼ਨ ਕਰਕੇ ਮੈਨੂੰ ਬੜੀ ਖੁਸ਼ੀ ਹੁੰਦੀ, ਸਾਨੂੰ ਤੁਸੀਂ ਭੁਲਾਈ ਦਿੱਤਾ ਮਨ ਦੇ ਵਿੱਚੋਂ। ਹੱਥ ਬੰਦ ਬੋਲਿਓ ਜੈ ਰਾਮਾ, ਕਰੁਣਾ ਕਰੋ ਰਹੋ ਅਬ ਤਾਮਾ। ਹੱਥ ਜੋੜ ਕਰਕੇ ਜੈ ਰਾਮ ਜੀ ਕਹਿਣ ਲੱਗੇ, ਹੁਣ ਦਇਆ ਕਰੋ, ਹੁਣ ਕਿਰਪਾ ਕਰੋ ਗੁਰੂ ਨਾਨਕ ਦੇਵ ਜੀ,
ਹੁਣ ਨਾ ਜਾਇਓ, ਹੁਣ ਇੱਥੇ ਘਰੇ ਹੀ ਰਹਿਣਾ ਕਰੋ। ਵੈਸੇ ਸਿਮਰੋ ਸਦਾ ਗੋਬਿੰਦੰ ਹਮਕੋ ਦੇਵਤ ਰਹੋ ਆਨੰਦੰ। ਇੱਥੇ ਬੈਠ ਕੇ ਸਦਾ ਹੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ, ਸਿਮਰਨ ਕਰੋ ਤੇ ਸਾਨੂੰ ਆਨੰਦ ਦੇਵੋ ਜੀ। ਸ੍ਰੀ ਚੰਦ ਬਾਹਰ ਤੇ ਇੰਨੀ ਆਇਓ, ਦੇਰ ਤੱਕ ਸ੍ਰੀ ਚੰਦ ਜੀ ਆ ਗਏ ਬਾਹਰੋਂ। ਨਮਸਕਾਰ ਕਰ ਉਰ ਹਰ ਖਾਇਓ। ਨਮਸਕਾਰ ਕੀਤੀ, ਹਿਰਦੇ 'ਚ ਬੜੇ ਖੁਸ਼ ਹੋਏ ਨੇ। ਵੈਸੇ ਮਿਲ ਕੇ ਸਰਬ ਸਮੀਪਾ ਸਾਰੀ ਮਿਲ ਕੇ ਕੋਲੇ ਬੈਠ ਕੇ ਆਲੇ ਦੁਆਲੇ ਵਜਨ ਪਨੇ ਬੇਦੀ ਕੁਲ ਦੀਪਾ। ਗੁਰੂ ਨਾਨਕ ਦੇਵ ਜੀ ਬਚਨ ਕਰਨ ਲੱਗੇ। ਦੇਸ ਵਿਦੇਸ਼ਨ ਦੇਖਨ ਹੇਤਾ ਦੇਸ਼ ਵਿਦੇਸ਼ ਦੇਖਣ ਦੇ ਵਾਸਤੇ ਜਾਂ ਤੇ ਰਹਿਓ ਨਾ ਜਾਤ ਨਿਕੇਤਾ। ਸਾਡੀ ਇੱਛਾ ਹੈ ਦੇਸਾਂ ਵਿਦੇਸ਼ਾਂ ਨੂੰ ਦੇਖਣ ਦੀ। ਤਾਂ ਮਹਾਰਾਜ ਜੀ ਦੇਖ ਜਾਣਦੇ ਆ ਵੀ ਦੇਸ਼ ਵਿਦੇਸ਼ ਦੇਖਣੇ ਕਿ ਦੁਨੀਆ ਨੂੰ ਤਾਰਨਾ ਹੈ, ਰਸਤਾ ਦੇਣਾ ਹੈ। ਇਸ ਕਰਕੇ ਮਹਾਰਾਜ ਜੀ ਸਾਡੇ ਕਹਿਣ ਲੱਗੇ ਸਾਡੇ ਕੋਲੋਂ ਘਰੇ ਨਹੀਂ ਰਿਹਾ ਜਾਂਦਾ। ਜਬ ਸਿਮਰਨ ਕਰ ਹੋ ਤੁਮ ਮੇਰਾ ਭੈਣ ਜੀ ਜਦੋਂ ਵੀ ਸਾਨੂੰ ਯਾਦ ਕਰਦੇ ਹੋ ਤੁਸੀਂ, ਤਬ ਸਮੀਪ ਆਵੈ ਬਿਨ ਦੇਰਾ। ਉਦੋਂ ਮੈਂ ਦੇਰ ਨਹੀਂ ਲਾਉਂਦਾ, ਤੁਹਾਡੇ ਕੋਲੇ ਪਹੁੰਚ ਜਾਂਦਾ ਹਾਂ ਔਰ ਪਹੁੰਚਾਂਗਾ। ਬਹੁ ਪ੍ਰਕਾਰ ਦੇ ਤੀਰਜ ਸਭ ਹੀ ਬਹੁਤ ਤਰੀਕੇ ਅਨੁਸਾਰ ਸਾਰਿਆਂ ਨੂੰ ਧੀਰਜ ਦਿੱਤੀ ਹੈ। ਰੈਨ ਬਸੇਰਾ ਕੀਏ ਤਹ ਤਬ ਹੀ। ਇੱਕ ਰਾਤ ਆਰਾਮ ਕਰਿਆ ਇੱਥੇ ਜ਼ਿਆਦਾ ਕਹਿਣ ਤੇ। ਔਰ ਹੋਤ ਮਿਲ ਕੇ ਸਭ ਸਾਥਾ ਸਵੇਰੇ ਹੁੰਦੇ ਹੀ ਸਾਰਿਆਂ ਨੂੰ ਮਿਲੇ ਹਨ। ਗਮਨ ਕਰਿਓ ਬੇਦੀ ਕੁਲ ਨਾਥਾ। ਬੇਦੀ ਕੁਲ ਦੇ ਮਾਲਕ ਗੁਰੂ ਨਾਨਕ ਦੇਵ ਜੀ ਚੱਲ ਪਏ ਸੁਲਤਾਨਪੁਰ ਨਗਰ ਤੋਂ। ਪੂਰਨ ਮਾਤ ਪਿਤਾ ਕੀ ਚਾਹੂ ਮਾਤਾ ਪਿਤਾ ਜੀ ਦੀ ਵੀ ਇੱਛਾ ਸੀ, ਦਿਲਵੰਡੀ ਪਹੁੰਚੇ ਦੁਖ ਦਾਹੂ। ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਦੁੱਖਾਂ ਨੂੰ ਸਾੜਨ ਵਾਲੇ ਗੁਰੂ ਨਾਨਕ ਜੀ ਤਲਵੰਡੀ ਨਗਰ ਜਾ ਪਹੁੰਚੇ। ਦੋਏ ਕੋਸ ਪਰ ਕੂਪ ਜੋ ਨਿਕਾ। ਦੋ ਕੋਹਾਂ ਦੇ ਉੱਪਰ ਨਗਰ ਤੋਂ ਬਾਹਰ ਬੜਾ ਸੋਹਣਾ ਖੂਹ ਸੀ, ਛਾਇਆ ਸਗਨ ਜਹਾਂ ਰਮਣੀਕਾ। ਜਿੱਥੇ ਬਹੁਤ ਸੁੰਦਰ ਛਾਂ ਸੀ ਦਰਖਤਾਂ ਦੀ। ਬੈਠ ਗਏ ਜਗ ਗੁਰ ਤਹਿ ਥਾਈ। ਜਗਤ ਦੇ ਗੁਰੂ ਨਾਨਕ ਦੇਵ ਜੀ ਉਹ ਛਾਂ ਦੇ ਵਿੱਚ ਬੈਠ ਗਏ ਹਨ। ਵੈ ਕਟਕਾ ਜਬ ਦੀਨ ਬਿਤਾਈ। ਦੋ ਘੜੀਆਂ ਜਦੋਂ ਬਤੀਤ ਹੋਈਆਂ ਬੈਠਿਆਂ ਹੋਇਆਂ, ਅੱਧਾ ਕੁ ਘੰਟਾ ਆਥ ਬੰਦ ਬੋਲਿਓ ਮਰਦਾਨਾ। ਭਾਈ ਮਰਦਾਨਾ ਜੀ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਮੁਝ ਕੋ ਆਗਿਆ ਕਰੋ ਬਖਾਨਾ। ਮਹਾਰਾਜ ਜੀ ਕਿਰਪਾ ਕਰੋ, ਮੈਨੂੰ ਆਗਿਆ ਦੇ ਦਿਓ। ਨਿਜ ਕੁਟੰਬ ਲਿਆਵੋ ਸੁਧ ਅਬਹੀ। ਮੈਂ ਆਪਣੇ ਪਰਿਵਾਰ ਦੀ ਖਬਰ ਲੈ ਆਵਾਂ ਜਾ ਕੇ। ਪਏ ਮ੍ਰਿਤਕ ਕੈ ਜੀਵਤ ਸਭ ਹੀ। ਮਰ ਗਏ ਨੇ ਮੇਰੇ ਪਰਿਵਾਰ ਵਾਲੇ ਜਾਂ ਜਿਉਂਦੇ ਹਨ ਮਹਾਰਾਜ ਜੀ। ਬਹੁਤ ਬਰਖ ਮਹਿ ਨਿਜਪੁਰ ਆਈ। ਬੜੇ ਬਰਿਆਂ ਤੋਂ ਬਾਅਦ, ਸਾਲਾਂ ਤੋਂ ਬਾਅਦ ਆਪਣੇ ਨਗਰ ਵਿੱਚ ਆਇਆ ਹਾਂ। ਨਿਕਸੇ ਬਹਰ ਨਾ ਫੇਰੋ ਪਾਈ। ਮਹਾਰਾਜ ਜਿਉਂਦੇ ਨਿਕਲੇ ਆ, ਘਰੋਂ ਨਿਕਲੇ ਆ, ਉਦੋਂ ਬਾਅਦ ਫੇਰੇ ਹੀ ਨਹੀਂ ਪਾਇਆ। ਸੁਨ ਕਰ ਬਿਕਸੇ ਕਿਰਪਾ ਨ ਕੀਤਾ। ਕਿਰਪਾ ਦੇ ਘਰ ਸਤਿਗੁਰੂ ਮਹਾਰਾਜ ਸੁਣ ਕੇ ਹੱਸਣ ਲੱਗੇ ਆ। ਬੋਲੇ ਹਰਖ ਦੇਨ ਕੀ ਹਿਤਾ। ਭਾਈ ਮਰਦਾਨਾ ਜੀ ਨੂੰ ਖੁਸ਼ੀ ਦੇਣ ਦੇ ਵਾਸਤੇ ਬਚਨ ਕਰਿਆ। ਜੇ ਤੇਰੇ ਸਰਬੰਦੀ ਮਰ ਹੈ। ਮਰਦਾਨਿਆਂ ਜੇ ਐ ਤੇਰੇ ਸਰਬੰਧੀ ਮਰ ਗਏ, ਭਾਈ ਪਰਿਵਾਰ ਤੇਰਾ ਜੇ ਐ ਮਰ ਗਿਆ, ਅਵਰ ਕਾਜ ਹਮ ਜਗ ਕਸ ਕਰ ਹੈ। ਤਾਂ ਹੋਰ ਸੰਸਾਰ ਦੇ ਕੰਮ ਕਿਵੇਂ ਕਰਾਂਗੇ ਅਸੀਂ ਫਿਰ। ਹਮ ਹੋਵਤ ਨਹਿ ਚਿੰਤਾ ਕਰੀਏ। ਸਾਡੇ ਹੁੰਦਿਆਂ ਤੂੰ ਇਹ ਕੋਈ ਚਿੰਤਾ ਨਾ ਕਰਨੀ ਕਰ। ਨਿਕਟ ਨਾ ਜਮ ਕੋ ਤਰਾਸ ਵਿਚਰੀਏ। ਜਮਾਂ ਦਾ ਵੀ ਡਰ ਨਾ ਧਾਰਨ ਕਰਨਾ ਕਰ, ਆਪਣੇ ਤੇਰੇ ਨੇੜੇ ਜੰਬ ਨਹੀਂ ਆ ਸਕਦੇ। ਜੇ ਅਬ ਤੋ ਮਨ ਐਸੀ ਆਈ। ਬਾਕੀ ਜਦੋਂ ਸਮਾਂ ਆ ਗਿਆ ਉਦੋਂ ਸਾਰਿਆਂ ਨੇ ਜਾਣਾ ਹੀ ਹੈ। ਜੇ ਤੇਰੇ ਮਨ ਦੇ ਵਿੱਚ ਇਹ ਖਿਆਲ ਹੈ ਹੀ ਘਰੇ ਜਾਣ ਦਾ, ਬਿਲਹੁ ਕਟੰਬ ਸਰਬ ਕੋ ਜਾਈ। ਤਾਂ ਆਪਾਂ ਆਏ ਆ ਇੱਥੇ ਇਸੇ ਵਾਸਤੇ ਆਏ, ਜਾ ਸਾਰੇ ਪਰਿਵਾਰ ਨੂੰ ਮਿਲਿਆ ਜਾ ਕੇ। ਕਾਲੂ ਕੇ ਸਮੀਪ ਜੇ ਜਾਵੋ। ਜੇ ਸਾਡੇ ਪਿਤਾ ਜੀ ਦੇ ਕੋਲੇ ਜਾਵੋਗੇ, ਅੰਮ੍ਰੀ ਸੁਧ ਨਹਿ ਤਨਹਿ ਸੁਨਾਵੋ। ਸਾਡੀ ਖਬਰ ਨਾ ਉਹਨਾਂ ਨੂੰ ਦੱਸਣੀ ਕਰਿਓ। ਮਿਲ ਪਰਿਵਾਰ ਬਹਰ ਤੁਮ ਆਵੋ। ਆਪਣੇ ਪਰਿਵਾਰ ਨੂੰ ਮਿਲੋ ਤੇ ਫਿਰ ਵਾਪਸ ਆ ਜਾਇਓ। ਕਰ ਕੈ ਮੋਹ ਨਾ ਬਿਲਮ ਲਗਾਵੋ। ਐਵੇਂ ਮੋਹ ਕਰਕੇ ਬਾਲੀ ਦੇਰੀ ਨਾ ਲਾਇਓ ਪਰਿਵਾਰ ਦੇ ਵਿੱਚ। ਕਹਿ ਮਰਦਾਨਾ ਸੁਨ ਬਚ ਗੁਰ ਕੋ। ਮਹਾਰਾਜ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਆ, ਜਾਲੇ ਕਰ ਜਾਬੋ ਮੈਂ ਘਰ ਕੋ। ਮਹਾਰਾਜ ਜੀ ਹੁਣ ਮੈਂ ਘਰ ਨੂੰ ਲੈ ਕੇ ਵੀ ਕੀ ਜਾਵਾਂ ਇਹ ਵੀ ਦੱਸੋ। ਬਹਰ ਬਰਖ ਕਰ ਬਹਿਰ ਬਤਾਈ। ਬੜੇ ਬਰਖ ਬੜੇ ਸਾਲ ਬਾਹਰ ਬਤੀਤ ਕੀਤੇ ਐ। ਪੁੱਛਾ ਅਬ ਕਿਆ ਦੇਵੋ ਜਾਈ। ਹੁਣ ਖਾਲੀ ਮਹਾਰਾਜ ਜਾਊਂਗਾ, ਕੀ ਦੇਵਾਂ ਘਰੇ ਲਿਜਾ ਕਰਕੇ। ਪੁੱਛਣਗੇ ਕੀ ਲੈ ਕੇ ਆਏ ਆ ਅੱਬਾ। ਅਸ ਕਹਿ ਰੋਰਣ ਮੁਸ਼ਟ ਉਚਾਵੋ। ਹਾਂਜੀ, ਗੁਰ ਕਹਿ ਰੋਰਣ ਮੁਸ਼ਟ ਉਚਾਵੋ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਰੋੜ ਪਏ ਨੇ, ਮੁੱਠੀ ਭਰ ਕੇ ਚੁੱਕ ਲੈ ਮਰਦਾਨਿਆ। ਬਾਂਧ ਚੀਰ ਸੰਦੇਹ ਮਿਟਾਵੋ। ਚੀਰ ਕੱਪੜੇ ਨੂੰ ਕਹਿੰਦੇ ਨੇ, ਕੱਪੜੇ ਦੇ ਲੜ ਬੰਨ ਲੈ, ਸੰਸਾ ਤੇਰਾ ਸਾਰਾ ਖਤਮ ਹੋ ਜਾਵੇਗਾ। ਪਰ ਮਹਿ ਜਾਹੂ ਖੋਲ ਦੇਹੁ ਤਾਹੀ। ਘਰ ਜਾ ਕਰਕੇ ਕੱਪੜੇ ਦੀ ਗੱਠ ਖੋਲ ਲਿਓ। ਹਵੈ ਹੈ ਸੋ ਜੋ ਸੋ ਜੀ ਚੀਰ
ਚਹੋ ਮਨ ਮਾਹੀ। ਜੋ ਮਨ ਦੇ ਵਿੱਚ ਚਾਹੁੰਦਾ ਹੋਵੇਗਾ ਉਹੀ ਬਣ ਜਾਵੇਗਾ। ਏਕ ਮੁਸ਼ਟ ਤਬਲੇ ਮਰਦਾਨੇ। ਭਾਈ ਮਰਦਾਨਾ ਜੀ ਨੇ ਇੱਕ ਮੁੱਠੀ ਭਰ ਲਈ ਹੈ, ਬਾਂਦੇ ਆਪਣੇ ਪੱਟ ਸੰਗਾਨੇ। ਆਪਣੇ ਪੱਟ ਬਸਤਰ ਦੇ ਨਾਲ ਬੰਨ ਲਿਆ ਕਰੋ ਆਨੰਦ ਨਿਕੇਤ ਸਦਾਰਾ। ਤੇ ਬੜੇ ਆਨੰਦ ਖੁਸ਼ੀਆਂ ਨਾਲ ਘਰ ਨੂੰ ਚੱਲ ਪਏ ਹਨ। ਮਿਲਿਓ ਜਾਏ ਆਪਣੇ ਪਰਿਵਾਰਾ। ਆਪਣੇ ਪਰਿਵਾਰ ਨੂੰ ਜਾ ਕੇ ਮਿਲਿਆ। ਗੰਢ ਚੀਰ ਕੀ ਖੋਲੀ ਜਬ ਹੀ। ਜਦੋਂ ਉਹ ਕੱਪੜੇ ਦੀ ਗੱਠ ਖੋਲਣੇ ਕੀਤੀ ਕੰਚਨ ਸਰਬ ਬਿਲੋਕਿਓ ਤਬ ਹੀ। ਤਾਂ ਸਾਰੇ ਜਿਹੜੇ ਰੋੜੇ ਸਨ ਸੋਨੇ ਦੇ ਬਣ ਗਏ ਹਨ। ਪਾਪ ਟੰਬ ਕੋ ਆਨੰਦ ਪਾਰੀ। ਸਾਰੇ ਪਰਿਵਾਰ ਨੂੰ ਬੜਾ ਆਨੰਦ ਖੁਸ਼ੀਆਂ ਹੋਈਆਂ ਹਨ। ਸੁਨਤ ਪਏ ਪੁਰ ਮੈਂ ਨਰ ਨਾਰੀ। ਤੇ ਨਗਰ ਵਿੱਚ ਵੀ ਇਸਤਰੀ ਪੁਰਸ਼ ਸਾਰਿਆਂ ਨੂੰ ਪਤਾ ਲੱਗਿਆ। ਸ੍ਰੀ ਨਾਨਕ ਸੰਗੀ ਮਰਦਾਨਾ। ਗੁਰੂ ਨਾਨਕ ਦੇਵ ਮਹਾਰਾਜ ਦਾ ਸੰਗੀ ਭਾਈ ਮਰਦਾਨਾ ਜੀ ਆ ਰੋੜਿਆਂ ਤੋਂ ਕੰਚਨ ਸੋਇਨਾ ਬਣਨ ਵਾਲੇ। ਸੋ ਚਲੋ ਬੇਨਤੀ ਵਿੱਚ ਕਰਨੀ ਪੈ ਜਾਂਦੀ ਹੈ, ਕਿਉਂਕਿ ਅੱਜ ਦਾ ਟਾਈਮ ਐਸਾ ਆ ਗਿਆ, ਸ਼ੰਕਾਵਾਦੀ ਬਹੁਤ ਨੇ, ਅੱਗੇ ਵੀ ਬਹੁਤ ਐਸੀ ਕਥਾ ਵਿਚਾਰਾਂ ਆਉਣੀਆਂ ਨੇ। ਤੇ ਜਿੱਥੇ ਰੱਬ ਦੇ ਪਿਆਰੇ ਜਿੱਧਰ ਨੂੰ ਨਿਗਾਹ ਕਰਦੇ ਨੇ ਉਹ ਤਾਂ ਸਭ ਧਰਤੀ ਕੰਚਨ ਕਰਦੀ ਜਾਓ, ਤਾਂ ਧਰਤੀ ਨੂੰ ਸੋਨਾ ਬਣਾ ਦਿੰਦੇ ਆ ਸਾਧ ਸੰਗਤ। ਚਾ ਹੁਣ ਤਾਂ ਸੋਨੇ ਨੂੰ ਮਿੱਟੀ ਵੀ ਬਣਾ ਸਕਦੇ ਨੇ। ਇਸ ਕਰਕੇ ਇਹ ਕਈ ਜਗ੍ਹਾ ਮਹਾਰਾਜ ਜੀ ਨੂੰ ਕਰਾਮਾਤ ਵਰਤਣੀ ਪਈ ਹੈ। ਸ੍ਰੀ ਨਾਨਕ ਸੰਗੀ ਮਰਦਾਨਾ। ਪਤਾ ਲੱਗਿਆ ਨਗਰ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ ਸਾਥੀ ਜੋ ਭਾਈ ਮਰਦਾਨਾ ਸੀ, ਫਿਰਤ ਬਹਿਰ ਬਹੁ ਕਾਲ ਬਿਤਾਨਾ। ਬਾਹਰ ਫਿਰ ਕਰਕੇ ਬੜੇ ਸਮੇਂ ਤੋਂ ਬੜਾ ਸਮਾਂ ਬਤੀਤ ਕੀਤਾ ਹੈ। ਅਬ ਆਵਾ ਆਪਣੇ ਘਰ ਬੀਚੂ। ਹੁਣ ਆਪਣੇ ਘਰ ਵਿੱਚ ਆਏ ਨੇ ਮਰਦਾਨਾ ਜੀ। ਨਿਉ ਸੁਨ ਆਏ ਊਚ ਅਰ ਨੀਚੂ। ਕੀ ਊਚ ਕੀ ਨੀਚ, ਕੀ ਗਰੀਬ ਕੀ ਅਮੀਰ ਸਾਰੇ ਆਉਣ ਲੱਗੇ। ਭੀਰ ਪੂਰ ਤਹਿ ਕੇ ਕਰ ਹੋਈ। ਘਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੋ ਗਈ ਹੈ ਸੰਗਤਾਂ ਦੀ। ਮਿਲੇ ਕੁਸਲ ਬੂਝੇ ਸਭ ਕੋਈ। ਸਾਰੇ ਮਿਲ ਕਰਕੇ ਪੁੱਛਦੇ ਨੇ, ਖੇਮ ਕੁਸਲ ਪੁੱਛਦੇ ਨੇ, ਮਰਦਾਨਾ ਜੀ ਠੀਕ ਹੋ, ਠੀਕ ਠਾਕ ਰਹੇ, ਕਿੱਥੇ ਕਿੱਥੇ ਜਾਏ ਹੋ। ਕਰੇ ਪਰਸ ਪਰ ਨਰ ਬਖਿਆਨਾ। ਸਾਰੇ ਲੋਕ ਆਪਸ ਵਿੱਚ ਹੀ ਗੱਲਾਂ ਕਰਦੇ ਆ। ਸ੍ਰੀ ਨਾਨਕ ਸੰਗ ਥਾ ਮਰਦਾਨਾ। ਭਾਈ ਗੁਰੂ ਨਾਨਕ ਦੇਵ ਜੀ ਦੇ ਨਾਲ ਗਏ ਸੀ ਭਾਈ ਮਰਦਾਨਾ, ਵਧੀਆ ਹੈ, ਨਿਭਾ ਗਿਆ ਹੈ। ਜਾਂ ਤੇ ਸੁਭ ਸੁਭਾਈ ਪਾ ਇਹ ਕੋ। ਇਸ ਕਰਕੇ ਦੇਖੋ ਇਹਦਾ ਕਿੰਨਾ ਵਧੀਆ ਸੁਭਾਅ ਹੋ ਗਿਆ, ਬੜਾ ਮਿੱਠ ਬੋਲੜਾ ਬਣ ਗਿਆ ਹੈ। ਸਭ ਨਰ ਤੇ ਨਿਰਮਲ ਉਰ ਜਿਹ ਕੋ। ਸਾਰਿਆਂ ਤੋਂ ਜ਼ਿਆਦਾ ਹਿਰਦਾ ਨਿਰਮਲ ਹੋ ਗਿਆ ਹੈ। ਬਚਨ ਸਭ ਸੰਗ ਵਖਾਨਤ। ਸਾਰਿਆਂ ਦੇ ਨਾਲ ਦੇਖੋ ਕਿੰਨੇ ਮਿੱਠੇ ਮਿੱਠੇ ਬਚਨ ਬੋਲ ਰਿਹਾ ਹੈ। ਭਲੀ ਰੀਤ ਕਰ ਕੈ ਸਨਮਾਨਤ। ਭਲੀ ਰੀਤ ਨਾਲ ਸਾਰਿਆਂ ਦਾ ਸਤਿਕਾਰ ਕਰਿਆ ਭਾਈ ਮਰਦਾਨਾ ਜੀ ਨੇ। ਏਕ ਮਹੂਰਤ ਸਦਨ ਬਿਤਾਇਆ। ਜਦੋਂ 2 ਘੜੀਆਂ ਬਤੀਤ ਹੋ ਗਈਆਂ ਘਰ ਵਿੱਚ ਬੈਠੇ ਆ, ਮਿਲ ਪਰਿਵਾਰ ਹਿਰਦੇ ਹਰਖਾਇਆ। ਪਰਿਵਾਰ ਨੂੰ ਮਿਲ ਕੇ ਬੜੇ ਖੁਸ਼ ਹੋਏ ਹਨ। ਅਪਰ ਜੇ ਲੋਕ ਮਿਲਣ ਤਿਸ ਆਏ। ਹੋਰ ਵੀ ਜਿਹੜੇ ਲੋਕ ਮਿਲਣ ਦੇ ਵਾਸਤੇ ਆਏ ਸੀ, ਮਿਲਿਓ ਪਾਓ ਤਰ ਸਰਬ ਸੁਖ ਬੜਾ ਪ੍ਰੇਮ ਧਰ ਕੇ ਮਿਲੇ, ਸਾਰਿਆਂ ਨੇ ਬੜਾ ਸੁਖ ਪਾਇਆ। ਅਗਲਾ ਅਧਿਆਇ 5ਵਾਂ ਸ਼ੁਰੂ ਹੋ ਰਿਹਾ ਜੀ। ਦੋਹਰਾ ਬਰਨ ਸੇਤ ਹੰਸ ਬਾਹਨੀ ਜੋ ਜਗਬਾਨੀ ਰੂਪ। ਕਵੀ ਲੋਕ ਮੰਗਲ ਕਰਦੇ ਆ। ਕਵਿਤਾ ਦੀ ਦਾਤੀ ਬਰਨ ਸੇਤ ਹੰਸ ਬਾਂਝੀ ਦਾ ਚਿੱਟਾ ਰੰਗ ਹੈ, ਹੰਸ ਦੀ ਸਵਾਰੀ ਕਰਨ ਵਾਲੀ ਹੈ ਤੇ ਜਗਤ ਬਾਣੀ ਸੁੰਦਰ ਸਰੂਪ ਵਾਲੀ ਹੈ। ਇਹ ਪਦ ਬੰਧਨ ਕਰ ਭਲੇ ਵਰਨੋ ਕਥਾ ਅਨੂਪ। ਉਹਦੇ ਚਰਨਾਂ ਤੇ ਕਵੀ ਜੀ ਕਹਿੰਦੇ ਮੈਂ ਨਮਸਕਾਰ ਕਰਕੇ ਸੁੰਦਰ ਕਥਾ ਵਰਣਨ ਕਰਦਾ। ਦੁਬਾਰਾ ਫੇਰ ਪੜੋ ਜੀ। ਤਹਿ ਪਦ ਬੰਧਨ ਕਰ ਵਰਨ ਸੇਤ ਹੰਸ ਬਾਹਨੀ। ਵਰਨ ਸੇਤ ਹੰਸ ਬਾਹਨੀ ਜੋ ਜਗਬਾਨੀ ਰੂਪ। ਜੋ ਜਗਤ ਬਾਣੀ ਹੈ ਉਹ ਕਿਹੜੀ ਹੈ? ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਗੁਰੂ ਮਹਾਰਾਜ ਜੀ ਦੀ ਸੁੰਦਰ ਗੁਰਬਾਣੀ ਜਿਹੜੀ ਹੈ ਵਰਨ ਸੇਤ ਚਿੱਟੇ ਰੰਗ ਵਾਲੀ ਹੈ। ਭਾਵੇਂ ਅੱਖਰ ਤਾਂ ਕਾਲੇ ਹੀ ਨੇ ਪਰ ਚਿੱਟੀ ਹੈ ਬਾਣੀ, ਉਜਲ ਹੈ, ਪਵਿੱਤਰ ਹੈ। ਪੜ੍ਹਨ ਵਾਲੇ ਇਹਨੂੰ ਵੀ ਉਜਲ ਕਰਦੀ ਹੈ। ਹੰਸ ਬਾਹਨੀ। ਹੰਸ ਬਾਹਨੀ ਦਾ ਮਤਲਬ ਹੈ ਜਿਹੜੀ ਸਰਸਵਤੀ ਦੇਵੀ ਸੀ ਹੰਸ ਦੀ ਸਵਾਰੀ ਕਰਦੀ, ਆਪੋ ਆਪਣੇ ਵਾਹਨ ਹੁੰਦੇ ਨੇ। ਹੁਣ ਗੁਰਬਾਣੀ ਹੰਸ ਦੀ ਕੀ ਵਾਹਨ ਕਰੇਗੀ? ਇੱਥੇ ਹੰਸ ਦਾ ਭਾਵ ਆਪਾਂ ਸ਼ੇਰ ਬਣਾਵਾਂਗੇ। ਸ਼ੇਰ ਦੀ ਸਵਾਰੀ ਕਰਨ ਵਾਲੀ ਸ਼ੇਰ ਦੀ ਸਵਾਰੀ ਤਾਂ ਕਰਦੀ ਕੋਈ ਨਹੀਂ ਗੁਰਬਾਣੀ। ਸਿੰਘ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਸਿਰ ਦੇ ਉੱਪਰ ਉਠਾ ਕਰਕੇ ਘਰਾਂ 'ਚ ਲੈ ਕੇ ਜਾਂਦੇ ਜਾਂ ਜਿੱਥੇ ਵੀ ਲੈ ਕੇ ਜਾਂਦੇ ਨੇ, ਤੇ ਸਿੰਘ ਨਾਮ ਸ਼ੇਰ ਦਾ ਹੈ। ਤੋ ਸ਼ੇਰ ਦੀ ਸਵਾਰੀ ਕਰਨ ਵਾਲੀ ਜੋ ਗੁਰਬਾਣੀ ਉਜਲ ਰੂਪ ਹੈ। ਪਦ ਬੰਧਨ ਕਰ ਭਲੇ ਵਰਨੋ ਕਥਾ ਅਨੂਪ। ਉਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕਵੀ ਜੀ ਕਹਿੰਦੇ ਮੈਂ ਅੱਗੇ ਸੋਹਣੀ ਕਥਾ ਵਰਣਨ ਕਰਦਾ ਹਾਂ ਜੀ। ਸ੍ਰੀ ਬਾਲਾ ਸੁਦਰਵਾਚ ਚੌਪਈ ਦੁਐ ਕਟਕਾ ਬੀਤੇ ਤਤਕਾਲੂ। ਜਦੋਂ 2 ਘੜੀਆਂ ਬਤੀਤ ਹੋਈਆਂ, ਚਲਿਓ ਜਹਾਂ ਥੋ ਆਲਿਓ ਕਾਲੂ। ਹਾਂ, ਕਲਿਆਣ ਚੰਦ ਮਹਿਤਾ ਜੀ ਦੇ ਘਰ ਵੱਲ ਨੂੰ ਚੱਲ ਪਏ ਭਾਈ ਮਰਦਾਨਾ ਜੀ। ਆਗੇ ਸ੍ਰੀ ਨਾਨਕ ਕੀ ਮਾਤਾ
ਜੀ। ਤ੍ਰਿਪਤਾ ਨਾਮ ਜੋ ਥੀ ਬਿਆਤਾ। ਜਿਨ੍ਹਾਂ ਦਾ ਪ੍ਰਗਟ ਹੀ ਤ੍ਰਿਪਤਾ ਜੀ ਸੀ, ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ। ਜਬ ਆਬਤ ਦੇਖਿਓ ਮਰਦਾਨਾ ਗੁਰ ਸੋ ਲਾ ਬਿਰਾਗ ਬੋਠਾਨਾ। ਜਦੋਂ ਭਾਈ ਮਰਦਾਨਾ ਜੀ ਨੂੰ ਆਉਂਦਿਆਂ ਦੇਖਿਆ, ਉਦੋਂ ਫਿਰ ਭਾਈ ਮਰਦਾਨਾ ਜੀ ਨੂੰ ਬੜੇ ਬਰਾਗ ਦੇ ਨਾਲ ਗਲ ਦੇ ਨਾਲ ਲਾਇਆ। ਭਇਓ ਮੋਹ ਸਰਤਾ ਸੋ ਪ੍ਰਵਾਹਾ ਧੀਰਜ ਸਿਕਤਾ ਸੇਤ ਨਸਾਹਾ। ਮੋਹ ਮਾਨੋ ਇੱਕ ਨਦੀ ਦੇ ਪ੍ਰਵਾਹ ਦੇ ਸਮਾਨ ਮੋਹ ਅੰਦਰੋਂ ਪੈਦਾ ਹੋਇਆ, ਜਿਵੇਂ ਨਦੀ ਦਾ ਬਹੁਤਾ ਪ੍ਰਵਾਹ ਹੁੰਦਾ ਹੈ। ਧੀਰਜ, ਜਿਹੜਾ ਧੀਰਜ ਸੀ ਮਨ ਦੇ ਵਿੱਚ, ਜਿਵੇਂ ਸਿਕਤਾ ਕਹਿੰਦੇ ਨੇ ਰੇਤ, ਸੇਤ ਕਹਿੰਦੇ ਨੇ ਪੁਲ। ਰੇਤ ਦਾ ਪੁਲ ਹੋਵੇ, ਜ਼ੋਰ ਦਾ ਨਦੀ ਦਾ ਪਾਣੀ ਚੱਲ ਪਵੇ, ਸਾਰੇ ਨੂੰ ਰੋੜ ਦਿੰਦਾ ਹੈ। ਐਵੇਂ ਜਿਵੇਂ ਸਾਰਾ ਮੋਹ ਜਿਹੜਾ ਹੈ ਦੂਰ ਹੋ ਗਿਆ, ਮੂੰਹ ਅੱਗੇ ਆ ਗਿਆ, ਧੀਰਜ ਜਿਹੜੀ ਇਹ ਟੁੱਟ ਗਈ ਹੈ। ਵਾਕ ਜੋ ਤਿਨ ਸਭ ਦੀਏ ਰੁੜਾਈ। ਜਿੰਨੇ ਵਾਕ ਸਨ ਤਿੰਨ ਕਹਿੰਦੇ ਨੇ ਘਾਹ ਫੂਸ। ਨਦੀ ਦੇ ਵਿੱਚ ਜਿਵੇਂ ਘਾਹ ਫੂਸ ਸਾਰਾ ਰੁੜ ਜਾਂਦਾ ਹੈ, ਇਸੇ ਤਰ੍ਹਾਂ ਬਚਨ ਸਾਰੇ ਸੀ ਰੁੜ ਕੇ ਬੋਲਿਆ ਨਹੀਂ ਜਾਂਦਾ। ਕਹਿ ਬਹੁਤ ਨਹਿ ਧੀਰ ਤਰਾਈ। ਬਹੁਤ ਸਮਝਾਉਂਦੇ ਨੇ, ਹੋਰ ਬੀਬੀਆਂ ਬੜਾ ਸਮਝਾਉਂਦੀਆਂ ਨੇ ਵੀ ਮਾਤਾ ਜੀ ਤੁਸੀਂ ਧੀਰਜ ਨਾ ਤੋੜੋ, ਕੋਈ ਗੱਲ ਨਹੀਂ, ਤੁਹਾਡਾ ਪੁੱਤਰ ਤਾਂ ਜਗਤ ਦਾ ਤਾਰਕ ਹੈ, ਦੁਨੀਆ ਨੂੰ ਤਾਰਦਾ ਫਿਰਦਾ, ਆ ਜਾਣਾ ਉਹਨਾਂ ਨੇ, ਕੋਈ ਗੱਲ ਨਹੀਂ, ਕਿਉਂਕਿ ਆਏ ਨਹੀਂ ਨਾ ਹਲੇ, ਮਹਾਰਾਜ ਜੀ ਬਾਹਰ ਹੀ ਬੈਠੇ ਹੋਏ ਨੇ। ਪਰ ਮਾਤਾ ਜੀ ਨੂੰ ਧੀਰਜ ਨਹੀਂ ਆਉਂਦੀ ਹੈ। ਗੁਰੂ ਨਾਨਕ ਕੋ ਪਾ ਅਨੁਰਾਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਾਹਲਾ ਪ੍ਰੇਮ ਪੈਦਾ ਹੁੰਦਾ ਹੈ ਹਿਰਦੇ ਦੇ ਵਿੱਚ। ਤੀਨੋ ਜਨਨੀ ਬਹੁ ਬੈਰਾਗਾ। ਮਾਤਾ ਜੀ ਨੇ ਬਹੁਤ ਜ਼ਿਆਦਾ ਬੈਰਾਗ ਕਰਿਆ ਹੈ। ਕਿਤਕ ਦੇਰ ਮਹਿ ਧੀਰਜ ਤਰਕੈ। ਕਿੰਨੀ ਦੇਰ ਬਾਅਦ ਹੌਲੀ ਹੌਲੀ ਮਾਤਾ ਜੀ ਨੇ ਧੀਰਜ ਧਾਰੀ ਹੈ। ਪੂਜਨ ਲਗੀ ਸੋ ਬਚਨ ਉਚਰਕੈ। ਬਚਨ ਬੋਲ ਕਰਕੇ ਪੁੱਛਣ ਲੱਗੇ ਭਾਈ ਮਰਦਾਨਾ ਜੀ ਨੂੰ। ਸੁਤ ਨਾਨਕ ਕੀ ਖਬਰ ਸੁਨਾਵੋ। ਭਾਈ ਮਰਦਾਨਿਆ ਬੇਟਾ, ਮੇਰੇ ਪੁੱਤਰ ਨਾਨਕ ਦੀ ਖਬਰ ਵੀ ਸੁਣਾ। ਜਿਉ ਥਾਨ ਕਹਿ ਮੋਹਿ ਬਤਾਵੋ। ਮੈਨੂੰ ਦੱਸਣਾ ਕਰ, ਕਿਹੜੀ ਜਗ੍ਹਾ ਛੱਡ ਕੇ ਆਇਆ ਮੇਰੇ ਪੁੱਤਰ ਨੂੰ। ਜਬ ਕੇ ਨਿਕਸੇ ਤੁਮ ਕਰਮਾਹੀ। ਜਦੋਂ ਦੇ ਤੁਸੀਂ ਘਰ ਦੇ ਵਿੱਚੋਂ ਬਾਹਰ ਨਿਕਲੇ ਹੋ, ਤਬ ਕੀ ਸੁਧ ਆਈ ਕਬ ਨਾਹੀ। ਉਦੋਂ ਦੀ ਕੋਈ ਖਬਰ ਹੀ ਨਹੀਂ ਆਈ ਹੈ ਮੈਨੂੰ। ਮਮ ਸੁਤ ਸਭ ਤਜ ਕਹਿ ਕਰ ਬਾਰਾ। ਮੇਰਾ ਪੁੱਤਰ ਸਾਰਾ ਘਰ-ਬਾਰ ਛੱਡ ਕਰਕੇ ਥੋੜਾ ਜਿਹਾ ਹਿਰਦੇ 'ਚ ਵਸਾਉਣੀ ਹੈ ਗੱਲ। ਕਈ ਵਾਰੀ ਤਰਕਾਂ ਪੈਦਾ ਹੋ ਜਾਂਦੀਆਂ ਨੇ। ਆਪਾਂ ਵੀ ਭੇਜਦੇ ਹਾਂ ਬੱਚਿਆਂ ਨੂੰ ਬਾਹਰ ਸਾਧ ਸੰਗਤ, ਹਰ ਰੋਜ਼ ਜਾਂ 2 ਦਿਨਾਂ ਬਾਅਦ ਫੋਨ ਤੇ ਸਾਰੀ ਖਬਰਸਾਰ ਲੈਂਦੇ ਹਾਂ। ਪਰ ਮਾਤਾ ਜੀ ਧੰਨ ਹਨ ਵੀ ਜਦੋਂ ਦੇ ਗਏ ਕੋਈ ਖਬਰਸਾਰ ਆਈ ਹੋਈ ਨਹੀਂ ਹੈ। ਕਿੰਨੇ ਸਾਲ ਹੋ ਗਏ ਤੁਹਾਨੂੰ ਗਿਆਂ ਨੂੰ, ਇਹ ਵੀ ਨਹੀਂ ਦੱਸਿਆ ਵੀ ਕਿੱਥੇ ਗਏ ਹੋ। ਪਾ ਫਕੀਰ ਕਿਆ ਹਿਰਦੈ ਵਿਚਾਰਾ। ਕੀ ਹਿਰਦੇ ਵਿੱਚ ਵਿਚਾਰਿਆ, ਮੇਰੇ ਪੁੱਤਰ ਨੇ ਫਕੀਰ ਬਣ ਗਿਆ, ਸਾਧ ਬਣ ਗਿਆ। ਜਿਸ ਦਿਨ ਕਰਤੇ ਔਰ ਦਿਨ ਬਿਤਾਉ। ਦਿਨ ਰਾਤ ਰੋਂਦਿਆਂ ਹੀ ਬਤੀਤ ਕਰਦੀਆਂ। ਕਰ ਉਰ ਯਾਦ ਬੈਠ ਪਛਤਾਉ। ਹਿਰਦੇ ਵਿੱਚ ਯਾਦ ਕਰਕੇ ਪਛਤਾਵਾ ਹੀ ਕਰੀ ਜਾਂਦੀਆਂ। ਵਿਦਨੈ ਇੱਕ ਸੁਤ ਦੀਨੋ ਮੋਹੀ। ਵਾਹਿਗੁਰੂ ਨੇ ਇੱਕੋ ਇੱਕ ਮੈਨੂੰ ਪੁੱਤਰ ਦੇਣਾ ਕੀਤਾ ਸੀ। ਮੈਂ ਸਮੀਪ ਕਬ ਰਾਖਿਓ ਉਹੀ। ਉਹ ਵੀ ਮੇਰੇ ਕੋਲੇ ਨਹੀਂ ਰਿਹਾ, ਮੈਂ ਉਸ ਨੂੰ ਵੀ ਕੋਲੇ ਨਹੀਂ ਰੱਖ ਸਕੀ। ਦੋਹਰਾ ਕਾਲੂ ਕੇ ਤਬ ਅਜਰ ਮਹਿ ਪੁੰਜ ਭਏ ਨਰ ਆਈ। ਪਿਤਾ ਕਲਿਆਣ ਚੰਦ ਮਹਿਤਾ ਜੀ ਦੇ ਘਰ ਦੇ ਵਿੱਚ ਵਿਹੜੇ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆ ਗਏ ਹਨ। ਸੁਣ ਕਰ ਮਾਤਾ ਕੇ ਬਚਨ ਮਰਦਾਨਾ ਤਬ ਗਾਈ। ਜਦੋਂ ਭਾਈ ਮਰਦਾਨਾ ਜੀ ਨੂੰ ਪੁੱਛਿਆ ਵੀ ਮੇਰੇ ਪੁੱਤ ਦੀ ਖਬਰ ਦੱਸ, ਕਿੱਥੇ ਹੈ ਮੇਰਾ ਪੁੱਤਰ ਨਾਨਕ, ਭਾਈ ਮਰਦਾਨਾ ਜੀ ਸੁਣ ਕਰਕੇ ਕਹਿਣ ਲੱਗੇ। ਜੋ ਪਈ ਜਬ ਸੁਲਤਾਨਪੁਰੇ ਹਮ ਅਹੇ। ਮਾਤਾ ਜੀ ਜਦੋਂ ਅਸੀਂ ਸੁਲਤਾਨਪੁਰ ਨਗਰ ਵਿੱਚ ਰਹਿੰਦੇ ਸੀ, ਤਬ ਸ੍ਰੀ ਨਾਨਕ ਕੇ ਸੰਗ ਰਹੇ। ਉਦੋਂ ਤਾਂ ਮੈਂ ਗੁਰੂ ਨਾਨਕ ਦੇਵ ਜੀ ਦੇ ਕੋਲੇ ਹੀ ਰਿਹਾ ਸੀ। ਹੁਣ ਸੁਧ ਨਹਿ ਤਹਿ ਤੇ ਪਛਾਤੀ। ਉਸ ਤੋਂ ਬਾਅਦ ਮੈਨੂੰ ਕੋਈ ਖਬਰ ਨਹੀਂ। ਮਹਾਰਾਜ ਨੇ ਕਹਿ ਦਿੱਤਾ ਸੀ ਵੀ ਸਾਡੀ ਬਾਬਤ ਦੱਸਣਾ ਨਹੀਂ ਹੈ। ਕਿਤ ਕੋ ਗਇਓ ਨਾ ਜਾਣਿਓ ਜਾਤੀ। ਕੋਈ ਪਤਾ ਨਹੀਂ ਵੀ ਕਿੱਧਰ ਨੂੰ ਗਏ ਹਨ ਗੁਰੂ ਨਾਨਕ ਦੇਵ ਜੀ। ਸੁਨ ਮਾਤਾ ਉਰ ਬਹੁ ਅਲਕ ਉਕਲਾਈ। ਸੁਣ ਕਰਕੇ ਮਾਤਾ ਜੀ ਹਿਰਦੇ ਵਿੱਚ ਬਹੁਤ ਜ਼ਿਆਦਾ ਵਿਆਕਲ ਹੋ ਗਏ ਆ। ਜਨ ਬਿਰਣ ਪਾ ਕੇ ਪਾਵਕ ਲਾਈ। ਮਾਨੋ ਪੱਕੇ ਫੋੜੇ ਦੇ ਉੱਪਰ ਕਿਸੇ ਨੇ ਲੂਣ ਪਾ ਦਿੱਤਾ ਹੈ। ਬੋਲ ਨਾ ਆਪ ਵਿਕਲ ਤਨ ਹੋਈ। ਬੋਲ ਨਹੀਂ ਆ ਰਿਹਾ, ਬਹੁਤ ਵਿਆਕਲ ਹੋ ਗਏ ਨੇ ਸਰੀਰ ਕਰਕੇ। ਜਨ ਸੁਤ ਵਿਰਹੋ ਮੈਂ ਪਰ ਕੈ ਸੋਈ। ਪੁੱਤਰ ਦੇ ਵਿਛੋੜੇ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੋ ਰਹੇ ਨੇ। ਇਕ ਤੋ ਬਿਰਦਹੀਨ ਬਲ ਦੇਹੀ। ਸੋਚਦੇ ਨੇ ਇੱਕ ਤਾਂ ਸਰੀਰ ਬਿਰਧ ਹੋ ਗਿਆ, ਸਰੀਰ ਬੜਾ ਕਮਜ਼ੋਰ ਹੋ ਗਿਆ ਮੇਰਾ। ਪੁੰਨ ਨਾ ਪਾਏ ਸੁਧ ਤਾਤ ਸਨੇਹੀ। ਫਿਰ ਆਪਣੇ ਪੁੱਤਰ ਜਿਹੜਾ ਬੜਾ ਪਿਆਰ ਵਾਲਾ ਹੈ, ਉਹਦੀ ਕੋਈ ਖਬਰ ਨਹੀਂ ਮੈਨੂੰ ਮਿਲ ਰਹੀ। ਜਾਨ ਤੁਹਤੀ ਸੰਗ ਮਰਦਾਨਾ। ਤੇ ਜਾਣਦੀ ਸੀ ਵੀ ਭਾਈ ਮਰਦਾਨਾ ਜੀ ਨਾਲ ਰਹੇ ਹਨ। ਤਿਨ ਅਸ ਦੁਖ ਦਾ ਬਚਨ ਬਖਾਨਾ। ਤੇ ਇਹਨਾਂ ਨੂੰ ਪਤਾ ਹੋਵੇਗਾ, ਪਰ ਉਹਨਾਂ ਨੇ ਵੀ ਦੁੱਖ ਦੇਣ ਵਾਲਾ ਬਚਨ ਉਚਾਰਨ ਕਰ ਦਿੱਤਾ ਵੀ ਮੈਨੂੰ ਪਤਾ ਕੋਈ ਨਹੀਂ ਹੈ। ਜਿਉ ਸੁਖ ਅਖ ਤੰਗ ਮਰਮ ਤੇ ਪੀਦਾ।
ਜਿਉ ਸੋਖ ਤੰਗ ਮਰਮ ਦੇ ਪੀਦਾ ਜਿਸ ਤਰੀਕੇ ਅਨੁਸਾਰ ਤੀਰ ਲੱਗੇ ਤੇ ਹਿਰਦੇ ਨੂੰ ਵਿੰਨ ਦੇਵੇ। ਪਰੀ ਵਰਨ ਹੋਏ ਅਤ ਖੇਦਾ ਬੇਵਰਨ ਪੀਲਾ ਰੰਗ ਹੋ ਗਿਆ, ਬੇਰੰਗ ਜਿਹਾ ਹੋ ਗਿਆ, ਬਹੁਤ ਜ਼ਿਆਦਾ ਦੁੱਖ ਹੋਇਆ ਸਰੀਰ ਨੂੰ। ਕਿਤ ਕਬਾਰ ਮਹਿ ਪੁਨ ਸੁਧ ਆਈ ਕਾਫੀ ਸਮੇਂ ਤੋਂ ਬਾਅਦ ਫੇਰ ਆਪਣੇ ਸਰੀਰ ਦੀ ਸੁੱਧ ਆਈ ਹੈ। ਲੋਚਨ ਤੇ ਆਸੁਨ ਜਲ ਜਾਈ ਅੱਖਾਂ ਦੇ ਵਿੱਚੋਂ ਹੰਝੂਆਂ ਦੀ ਝੜੀ ਚੱਲ ਰਹੀ ਹੈ। ਚੰਦਰ ਕੱਟੀ ਬੈਠਿਓ ਮਰਦਾਨਾ 4 ਘੜੀਆਂ 2 ਘੜੀਆਂ ਭਾਈ ਮਰਦਾਨਾ ਜੀ ਬੈਠੇ ਰਹੇ ਵਿਹੜੇ ਵਿੱਚ। ਹੁਣ ਉੱਠ ਚਲਿਓ ਪ੍ਰਭੂ ਜਹ ਥਾਨਾ ਫੇਰ ਉੱਠ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੱਲ ਨੂੰ ਚੱਲ ਪਏ ਹਨ। ਤਬ ਤ੍ਰਿਪਤਾ ਉਰ ਤੇਜ ਚਿਤਰ ਕੈ ਮਾਤਾ ਤ੍ਰਿਪਤਾ ਜੀ ਨੂੰ ਇਹ ਕੁਝ ਦੇਖ ਕਰਕੇ ਕੁਝ ਹਿਰਦੇ ਵਿੱਚ ਧੀਰ ਜਿਹਾ ਆ ਗਿਆ। ਇਸ ਬਲੋਕ ਉਰ ਰਹੀ ਵਿਚਰ ਕੈ ਹਿਰਦੇ ਵਿੱਚ ਵਿਚਾਰਦੇ ਨੇ ਤੇ ਭਾਈ ਮਰਦਾਨਾ ਜੀ ਵੱਲ ਦੇਖੀ ਜਾ ਰਹੇ ਨੇ। ਗਹਿਰ ਚਲਿਓ ਉੱਠ ਤੂਰਨ ਜਿਹਵਾ ਜਿਹੜੇ ਪਾਸੇ ਨੂੰ ਬੜੀ ਜਲਦੀ ਭਾਈ ਮਰਦਾਨਾ ਜੀ ਚੱਲ ਪਏ ਹਨ। ਹੋਏ ਆਤਮਜ ਮੇਰੋ tehਵਾ ਮੇਰਾ ਪੁੱਤਰ ਵੀ ਉਧਰ ਹੀ ਹੋਵੇਗਾ, ਉੱਥੇ ਹੀ ਜਾਣਗੇ ਭਾਈ ਮਰਦਾਨਾ ਜੀ। ਬਹੁਤ ਦਿਨ ਬੀਤੇ ਅਯੋ ਕਰ ਮਾਹੀ ਕਿੰਨੇ ਦਿਨਾਂ ਤੋਂ ਬਾਅਦ, ਕਿੰਨੇ ਸਾਲਾਂ ਤੋਂ ਬਾਅਦ ਤਾਂ ਭਾਈ ਮਰਦਾਨਾ ਜੀ ਘਰੇ ਆਏ ਆ। ਬਾਸੁਰ ਰਹਿਓ ਏਕ ਪੇ ਨਾਹੀ ਇੱਕ ਵੀ ਦਿਨ ਘਰੇ ਨਹੀਂ ਰਹੇ ਹਨ। ਇਹ ਮੇਰੇ ਪੁੱਤਰ ਦੇ ਕੋਲੇ ਹੀ ਚੱਲੇ ਹੋਣਗੇ। ਤੋਹਰਾ ਇਸਬਤ ਜਨਨੀ ਮਨ ਗੁਣ ਤਿਮ ਤੁਰ ਅਸਨੋ ਲੈ ਓਲ ਇਸ ਤਰੀਕੇ ਅਨੁਸਾਰ ਮਾਤਾ ਜੀ ਨੇ ਮਨ ਦੇ ਵਿੱਚ ਵਿਚਾਰ ਕਰੀ ਤੇ ਕੁਝ ਮਠਿਆਈ ਲੈਣੀ ਕੀਤੀ ਹੈ। ਪੂਰਨ ਗਵਨੀ ਧਾਈ ਕਰ ਲੀਨੇ ਰੁਚਰ ਨਿਚੋਲ ਮਾਤਾ ਜੀ ਬੜੀ ਜਲਦੀ ਮਗਰ ਚੱਲ ਪਏ ਨੇ ਤੇ ਸੋਹਣਾ ਚੋਲਾ ਵੀ ਲੈ ਲਿਆ ਨਾਲ। ਚੋਪੀ ਮਿਲੀ ਗੈਲ ਮੈਂ ਜਿਹ ਮਰਦਾਨਾ ਜਿੱਥੇ ਮਰਦਾਨਾ ਜੀ ਜਾ ਰਹੇ ਸਨ ਭੱਜ ਕੇ ਮਾਤਾ ਜੀ ਨਾਲ ਰਲ ਗਿਆ। ਆਤੁਰ ਹਵੈ ਕਰ ਬਚਨ ਬਖਾਨਾ ਬੜੇ ਦੁਖੀ ਹੋ ਕਰਕੇ ਫਿਰ ਬਚਨ ਕੀਤਾ। ਸੁਤ ਨਾਨਕ ਸੋ ਮੇਲਿਓ ਮੋਕੋ ਪੁੱਤਰ ਭਾਈ ਮਰਦਾਨਿਆ ਕਿਰਪਾ ਕਰ ਮੇਰੇ ਪੁੱਤਰ ਨਾਨਕ ਨੂੰ ਮਿਲਾ ਦੇ ਮੈਨੂੰ ਇੱਕ ਵਾਰੀ। ਸੁਧ ਮਰਦਾਨੀ ਹੈ ਕਹੋ ਤੋ ਕੋ ਮਰਦਾਨਿਆ ਬਲਾ ਨਾ ਕਰ, ਤੈਨੂੰ ਖਬਰ ਹੈ ਮੇਰੇ ਪੁੱਤਰ ਦੀ। ਬਹੁਤ ਬਰਖ ਪੇ ਦੇਖਿਓ ਨਾਹੀ ਬਹੁਤ ਬਰੇ ਹੋ ਗਏ ਮੈਂ ਆਪਣਾ ਪੁੱਤਰ ਨਹੀਂ ਦੇਖਿਆ। ਮੋਹ ਬੜਿਓ ਅਤਿਸੈ ਮਨ ਮਾਹੀ ਮਨ ਦੇ ਵਿੱਚ ਬੜਾ ਮੋਹ ਪੈਦਾ ਹੋ ਰਿਹਾ ਪੁੱਤਰ ਦਾ। ਸੁਨ ਮਰਦਾਨੇ ਤੂਸਨ ਕੀਨੰ ਸੁਣ ਕਰਕੇ ਭਾਈ ਮਰਦਾਨਾ ਜੀ ਚੁੱਪ ਕਰਕੇ ਬਚਨਾਂ ਦੇ ਬੱਧੇ ਹੋਏ ਨੇ ਵੀ ਦੱਸਣਾ ਨਹੀਂ ਹੈ। ਗੁਰ ਪੈ ਲਖਿਓ ਨਾ ਉੱਤਰ ਦੀਨ ਗੁਰੂ ਮਹਾਰਾਜ ਜੀ ਵੱਲੋਂ ਡਰ ਗਏ ਭਾਈ ਮਰਦਾਨਾ ਜੀ ਕੋਈ ਉੱਤਰ ਨਾ ਦਿੱਤਾ। ਜਨਨੀ ਜਾਨ ਗਈ ਤਹਿ ਬਾਤਾ ਮਾਤਾ ਸਿਆਣੇ ਸਨ, ਸਾਰੀ ਗੱਲ ਜਾਣ ਗਏ ਹਨ। ਚਲੀ ਤਹਿ ਤਬਹਿ ਤਹਿ ਕੇ ਪਛਾਤਾ ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਚੱਲ ਪਏ। ਜਾ ਬੈਠੇ ਬੇਦੀ ਕੁਲਦੀਪਾ ਜਿੱਥੇ ਬੇਦੀ ਕੁਲ ਦੇ ਨਿਸ਼ਾਨ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸੀ ਪਹੁੰਚਤ ਪੇ ਤਹਿ ਕੂਪ ਸਮੀਪਾ ਉਸ ਖੂਹ ਦੇ ਨੇੜੇ ਪਹੁੰਚ ਗਏ। ਦੋਹਰਾ ਮਾਤ ਬਿਲੋਕੀ ਦੂਰ ਤੇ ਤੂਰਨ ਉਠ ਸੁਖਦਾਈ ਗੁਰੂ ਨਾਨਕ ਦੇਵ ਸੁੱਖਾਂ ਦੇ ਦਾਤੇ ਨੇ ਜਦੋਂ ਦੂਰੋਂ ਮਾਤਾ ਜੀ ਨੂੰ ਦੇਖਣਾ ਕੀਤਾ ਬੜੀ ਜਲਦੀ ਉੱਠ ਕੇ ਖੜੇ ਹੋ ਗਏ। ਚਰਨ ਬੰਦਨਾ ਸੀਸ ਤਰ ਕੀਨੀ ਆਗੇ ਆਈ ਅੱਗੇ ਭੱਜ ਕੇ ਜਾ ਕੇ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਚੋਪਈ ਕੋਰੀ ਪਰ ਨਾਨਕ ਕੋ ਜਨਨੀ ਮਾਤਾ ਜੀ ਨੇ ਬੜੀ ਜਲਦੀ ਆਪਣੇ ਪੁੱਤਰ ਗੁਰੂ ਨਾਨਕ ਦੇਵ ਜੀ ਨੂੰ ਗੋਦ ਵਿੱਚ ਲੈ ਲਿਆ। ਰੋਦਨ ਕਰਤ ਨ ਜਾਈ ਗਨਨੀ ਗਿਣਤੀ ਨਹੀਂ ਗਿਣੀ ਜਾਂਦੀ ਮਾਤਾ ਜੀ ਇੰਨਾ ਬਰਾਗ ਵਿੱਚ ਰੋਦਨ ਕਰ ਰਹੇ ਹਨ। ਚਲਿਓ ਵਿਲੋਚਨ ਤੇ ਬਹੁ ਨੀਰੰ ਅੱਖਾਂ ਦੇ ਵਿੱਚੋਂ ਬਹੁਤ ਜ਼ਿਆਦਾ ਜਲ ਚੱਲ ਪਿਆ। ਸੁਤ ਬਿਰਹਾ ਨਲ ਜਨਕ ਕਰ ਸੀਰੰ ਸੁਤ ਪੁੱਤਰ ਦੇ ਬਿਰਹਾ ਵਿਛੋੜੇ ਜਿਹੜੀ ਅੱਗ ਹੈ ਮਾਨੋ ਉਸ ਨੇ ਸਰੀਰ ਨੂੰ ਤਪਾ ਦਿੱਤਾ ਹੈ ਤੇ ਉਹ ਹੰਝੂਆਂ ਦੇ ਨਾਲ ਆਪਣੇ ਸਰੀਰ ਨੂੰ ਠੰਡਾ ਕਰ ਰਹੀ ਹੈ। ਅਸਰ ਭਾਤ ਸੋ ਬਸਤਰ ਪਿਗੋਏ ਅਸਰੂਆਂ ਦੇ ਨਾਲ ਅੱਖਾਂ ਦੇ ਹੰਝੂਆਂ ਦੇ ਨਾਲ ਕੱਪੜੇ ਵੀ ਭਿਉਂ ਦਿੱਤੇ ਹਨ। ਜੋ ਦੇਖਤ ਸੋ ਗਦ ਗਦ ਹੋਏ ਜਿਹੜੇ ਦੇਖਦੇ ਨੇ ਉਹਨਾਂ ਦੀ ਵੀ ਬਾਣੀ ਗਦ-ਗਦ ਹੋ ਗਈ, ਉਹਨਾਂ ਕੋਲੋਂ ਵੀ ਬੋਲਿਆ ਨਹੀਂ ਜਾਂਦਾ। ਗੌਰੀ ਤੇ ਸੁਤ ਕੈ ਨਹਿ ਤਜੀਏ ਛੱਡਦੇ ਨਹੀਂ ਮਾਤਾ ਜੀ, ਗੋਦੀ ਵਿੱਚੋਂ ਨਹੀਂ ਛੱਡਦੇ ਆਪਣੇ ਪੁੱਤਰ ਨੂੰ। ਅਦਕ ਬਿਰਹੋ ਤੇ ਮਿਲਤ ਨ ਰਜਈ ਬਹੁਤ ਜ਼ਿਆਦਾ ਵਿਛੋੜਾ ਹੈ, ਮਿਲ ਕਰਕੇ ਹੁਣ ਰੱਜ ਨਹੀਂ ਰਹੇ। ਬਦਨ ਬਿਲੋਕਤ ਸੁੰਗਤ ਮਾਥਾ ਮੁਖ ਦੇਖੀ ਜਾ ਰਹੇ ਨੇ, ਬਾਰ-ਬਾਰ ਮੱਥਾ ਸੁੰਘਦੇ ਆਪਣੇ ਪੁੱਤਰ ਦਾ। ਕਰਤਨ ਹੈ ਸਿਰ ਫੇਰਤ ਹਾਥਾ ਬੜੇ ਪ੍ਰੇਮ ਦੇ ਨਾਲ ਸਿਰ ਤੇ ਹੱਥ ਫੇਰ ਰਹੇ ਆ। ਬੁੱਧੀ ਬਿਰਦ ਬਲ ਤੇ ਤਨਹੀਨਾ ਤਨ ਹੀਣਾ ਕਮਜ਼ੋਰ ਹੋ ਗਿਆ, ਸਰੀਰ ਬੁੱਢਾ ਹੋ ਗਿਆ ਹੈ। ਉਨ ਸਮੀਪ ਬੈਸੀ ਸੁਖ ਲੀਨਾ ਫੇਰ ਮਾਤਾ ਜੀ ਕੋਲੇ ਬੈਠ ਕੇ ਸੁਖ ਪ੍ਰਾਪਤ ਕੀਤਾ। ਜਬ ਕਾਲੂ ਨੇ ਸੁਧ ਇਉ ਪਾਈ ਪਿਤਾ ਕਲਿਆਣ ਚੰਦ ਨੂੰ ਵੀ ਇਹ ਖਬਰ ਹੋਈ ਹੈ। ਵੈਸਿਓ ਬਹਿਰ ਤਾਤਮਮ
ਆਈ। ਮੇਰਾ ਪੁੱਤਰ ਨਗਰ ਤੋਂ ਬਾਹਰ ਆਇਆ ਬੈਠਾ ਹੈ। ਤਤ ਛਿਨ ਜੀਨ ਤੁਰੰਗਨ ਪਾਵਾ। ਬੜੀ ਜਲਦੀ ਘੋੜੇ ਦੇ ਉੱਪਰ ਕਾਠੀ ਪਵਾਈ ਹੈ। ਅਬੈ ਅਰੂੜ ਤੂਰਨ ਤਬ ਆਵਾ। ਘੋੜੀ ਤੇ ਤਰੰਗਨ ਦਾ ਭਾਵ ਘੋੜੀ ਹੁੰਦਾ, ਘੋੜੀ ਤੇ ਕਾਠੀ ਪਵਾਈ, ਬੜੀ ਜਲਦੀ ਆ ਗਏ। ਪਿਤਾ ਬਰੋਕ ਉਠੇ ਦੁਖ ਕੰਦਨ। ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਪਿਤਾ ਜੀ ਨੂੰ ਦੇਖ ਕੇ ਉੱਠ ਕੇ ਖੜੇ ਹੋਏ ਆ। ਪਦ ਅਰਬਿੰਦ ਕਰਤ ਪੇ ਬੰਦਨ। ਪਿਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ। ਬੜਵਾਤੀ ਉਤਰਿਓ ਤਤਕਾਲਾ। ਘੋੜੀ ਤੋਂ ਉਤਰੇ ਹਨ ਪਿਤਾ ਜੀ ਬੜੀ ਜਲਦੀ। ਗੁਰਸੋ ਲਾਇਓ ਪ੍ਰੇਮ ਵਿਸਾਲਾ। ਗਰਸੋਂ ਲਾਇਓ, ਗਲ ਦੇ ਨਾਲ ਲਾਇਆ, ਬਹੁਤੇ ਪ੍ਰੇਮ ਦੇ ਨਾਲ। ਜਨ ਬਹੁ ਭੂਖੇ ਮਿਲਿਓ ਆਹਾਰਾ। ਮਨ ਨੂੰ ਬਹੁਤ ਭੁੱਖ ਲੱਗੀ ਸੀ, ਭੋਜਨ ਪ੍ਰਾਪਤ ਹੋ ਗਿਆ ਹੈ। ਵਰਤਿਓ ਪਿਆਸੇ ਪਾਇਓ ਬਾਰਾ। ਮਨ ਨੂੰ ਪਿਆਸ ਕਰਕੇ ਜਿਹੜਾ ਸਰੀਰ ਸੀ ਮਰ ਚੱਲਿਆ ਸੀ, ਪਾਣੀ ਪ੍ਰਾਪਤ ਹੋ ਗਿਆ। ਨੀਰ ਵਿਮੋਚਤ ਲੋਚਨ ਦਰਤੀ। ਪਿਤਾ ਜੀ ਦੋਨੋਂ ਅੱਖਾਂ ਵਿੱਚੋਂ ਹੰਝੂ ਸੁੱਟ ਰਹੇ ਆ। ਗਦ ਗਦ ਬੋਲਿਓ ਜਾਇ ਨਾ ਕਰਤੀ। ਬਾਣੀ ਗਦ ਹੋ ਗਈ, ਗਲ ਦੇ ਵਿੱਚੋਂ ਬੋਲਿਆ ਨਹੀਂ ਜਾਂਦਾ। ਅਪਰ ਲੋਕ ਸੁਨ ਕਰ ਭਵਾਈ। ਸੁਣ ਕੇ ਹੋਰ ਵੀ ਬਹੁਤ ਲੋਕ ਆ ਰਹੇ ਹਨ। ਮਿਲੇ ਪਾਓ ਤਰ ਹਰਖ ਵਡਾਈ। ਬਹੁਤ ਖੁਸ਼ ਹੋ ਕਰਕੇ ਮਿਲੇ ਹਨ ਗੁਰੂ ਨਾਨਕ ਦੇਵ ਜੀ ਨੂੰ। ਬੈਠ ਗਏ ਸਭ ਤਿਸੀ ਹੀ ਥਾਈ। ਇੱਥੇ ਹੀ ਬੈਠ ਗਏ ਨੇ ਸਾਰੇ ਗੁਰੂ ਨਾਨਕ ਦੇਵ ਜੀ ਦੇ ਆਲੇ ਦੁਆਲੇ। ਚੌਦਿਸ ਮਦ ਬੇਦੀ ਕੁਲ ਰਾਈ। ਵਿਚਾਲੇ ਬੇਦੀ ਕੁਲ ਦੇ ਰਾਜੇ ਗੁਰੂ ਨਾਨਕ ਦੇਵ ਜੀ, ਚਾਰੇ ਪਾਸੇ ਸਾਰੀਆਂ ਸੰਗਤਾਂ ਬੈਠ ਗਈਆਂ। ਦੇਖ ਪ੍ਰੇਮ ਬਹੁ ਕੋਈ ਨਾ ਬੋਲਾ। ਪ੍ਰੇਮ ਦੇਖ ਕਰਕੇ ਕਿਸੇ ਤੋਂ ਬੋਲੇ ਹੀ ਨਹੀਂ ਗਿਆ। ਇੱਕ ਕਟਕਾ ਲਗ ਰਹੇ ਅਡੋਲਾ। ਅੱਧਾ ਘੰਟਾ 24 ਮਿੰਟ ਅਡੋਲ ਬੈਠੇ ਰਹੇ ਹਨ। ਤ੍ਰਿਤ ਦਰ ਤ੍ਰਿਪਤਾ ਗਿਰਾ ਉਚਾਰੀ। ਧੀਰਜ ਧਾਰਨ ਕਰਕੇ ਮਾਤਾ ਜੀ ਬਚਨ ਕਰਨ ਲੱਗੇ ਆ। ਵਾਰ ਵਾਰ ਸੁਤ ਤੋ ਪਰਵਾਰੀ। ਇਹ ਪੁੱਤਰ ਤੇਰੇ ਉੱਪਰੋਂ ਮੈਂ ਵਾਰ ਬਲਿਹਾਰੇ ਜਾਂਦੀ ਆ। ਦੋਹਰਾ ਦਰਸ਼ਨ ਦੀਨੋ ਆਨ ਕੈ ਮੋਕੇ ਕੀਓ ਨਿਹਾਲ। ਪੁੱਤਰ ਮੈਨੂੰ ਨਿਹਾਲ ਕਰ ਦਿੱਤਾ, ਤੂੰ ਆ ਕੇ ਮੈਨੂੰ ਦਰਸ਼ਨ ਦਿੱਤੇ ਆ। ਇਸ ਬਾਸੁਰ ਤਬ ਹੀਤ ਤੇ ਚਿੰਤਾ ਤੁਰ ਬੇਹਾਲ। ਦਿਨ ਰਾਤ ਪੁੱਤਰ ਤੇਰੇ ਵੱਲ ਦੇਖ ਕਰਕੇ ਚਿੰਤਾ ਦੇ ਵਿੱਚ ਮੈਂ ਬੇਹਾਲ ਹੋ ਜਾਂਦੀ ਸੀ। ਜੋ ਪਈ ਇੱਕ ਸੁਤ ਹਮਰੇ ਦੂਜੋ ਨਾਹੀ। ਇੱਕੋ ਇੱਕ ਪੁੱਤਰ ਹੈ ਸਾਡੇ ਘਰ ਵਿੱਚ, ਦੂਸਰਾ ਹੈ ਨਹੀਂ। ਕਰਤਾ ਜ ਰਲਿਓ ਫਕੀਰ ਨਮਾਹੀ। ਉਹ ਵੀ ਕਰਦਾ ਤਿਆਗ ਕਰਕੇ ਫਕੀਰਾਂ ਨਾਲ ਰਲ ਗਿਆ ਹੈ। ਪਏ ਅਧੀਰ ਬਸੂਰਤ ਸਦਾ। ਧੀਰਜ ਤੋਂ ਰਹਿਤ ਹੋ ਕੇ ਸਦਾ ਹੀ ਝੂਰਦੇ ਹੀ ਰਹਿੰਦੇ ਸੀ। ਅਬ ਲਾਖਤ ਦਰਸ਼ਨ ਹੈ ਹਵੇ ਕਦਾ। ਚਾਹੁੰਦੇ ਸੀ, ਇੱਛਾ ਸੀ ਮਨ ਵਿੱਚ ਕਦੋਂ ਦਰਸ਼ਨ ਹੋਣ ਪੁੱਤਰ ਦੇ। ਬਹੁਤ ਬਰਖ ਬੀਤੇ ਤੁਝ ਗਏ। ਪੁੱਤਰ ਤੈਨੂੰ ਗਿਆ ਹੋਇਆ ਬਹੁਤ ਬਰੇ ਬਤੀਤ ਹੋ ਗਏ ਆ। ਦੇਸ ਵਿਦੇਸ਼ ਫਿਰੇ ਅਬ ਆਏ। ਦੇਸਾਂ ਵਿਦੇਸਾਂ ਵਿੱਚ ਫਿਰ ਕਰਕੇ ਬੜੀ ਚਿਰ ਬਾਅਦ ਆਏ ਹੋ। ਅਬ ਲੋਕਤ ਆਨੰਦ ਵਿਸਾਲਾ। ਤੁਹਾਨੂੰ ਦੇਖ ਕਰਕੇ ਮੈਨੂੰ ਬੜਾ ਆਨੰਦ ਪ੍ਰਾਪਤ ਹੋਇਆ ਹੈ। ਜਿਉ ਕੌਸਲਿਆ ਰਾਮ ਕਿਰਪਾਲਾ। ਜਿਵੇਂ 14 ਸਾਲਾਂ ਦੇ ਬਾਅਦ ਕੌਸ਼ਲਿਆ ਜੀ ਨੂੰ ਰਾਮ ਜੀ ਆ ਕੇ ਮਿਲੇ ਸੀ। ਮੈਂ ਬਾਰੀ ਸੁਤ ਤੋਂ ਪਰਵਾਰੀ। ਹੇ ਪੁੱਤਰ ਮੈਂ ਬਲਿਹਾਰੀ ਜਾਵਾਂ, ਤੇਰੇ ਤੋਂ ਬਲਿਹਾਰੀ ਜਾਵਾਂ। ਵਾਰ ਵਾਰ ਕਹੈ ਗੁਰ ਮਹਿਤਾਰੀ। ਗੁਰੂ ਮਹਾਰਾਜ ਦੀ ਮਾਤਾ ਇਸ ਤਰ੍ਹਾਂ ਬਾਰ ਪਿਆਰ ਕਰਦੇ ਹੈ, ਵਚਨ ਕਰਦੇ ਆ। ਇਸ ਪ੍ਰਕਾਰ ਕੇ ਬਚਨ ਸੁਨੇ ਜਬ। ਇਸ ਤਰ੍ਹਾਂ ਦੇ ਜਦੋਂ ਬਚਨ ਸੁਣੇ ਗੁਰੂ ਨਾਨਕ ਦੇਵ ਜੀ ਨੇ ਮਾਤਾ ਜੀ ਕੋਲੋਂ, ਮੁਕਤੇ ਸ਼ਬਦ ਉਚਾਰਤ ਪੇਤਬ। ਉਸ ਸਮੇਂ ਫਿਰ ਮੁਖ ਤੋਂ ਮਹਾਰਾਜ ਜੀ ਸ਼ਬਦ ਉਚਾਰਨ ਲੱਗੇ ਹਨ। ਤੋਂ ਪਵਿੱਤਰ ਉਪਦੇਸ਼ ਦੇਣਾ ਹੈ। ਫਿਰ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਵੀ ਰਹਿਣਗੇ ਜਾਂ ਜਾਣਗੇ ਮਹਾਰਾਜ ਕਿੱਧਰੋਂ ਖਿੱਚ ਪੈਂਦੀ ਹੈ, ਮਾਤਾ ਪਿਤਾ ਦੀ ਖਿੱਚ ਹੈ ਜਾਂ ਸੰਗਤਾਂ ਤਰਨ ਦੇ ਵਾਸਤੇ ਮਹਾਰਾਜ ਜੀ ਜਾ ਰਹੇ ਨੇ। ਜਿਵੇਂ ਅੱਗੇ ਕਥਾ ਆਊ ਫਿਰ ਸਮੇਂ ਅਨੁਸਾਰ ਸਰਵਣ ਕਰਾਂਗੇ ਜੀ। ਮੈਂ ਵਾਰੀ ਸੁਤ ਤੋ ਪਰਵਾਰੀ। ਵਾਰ ਵਾਰ ਕਹਿ ਗੁਰ ਮਹਿਤਾਰੀ। इस प्रकार के वचन सुने जब। मुखते शब्द उचारत पेतब। मुखते शब्द उचारत पेतब। हे अच्युत हे पार ब्रह्म अविनाशी अगनाश। हे पूर्ण हे सर्वमय दुख भंजन गुणतास। हे संगी हे निरंकार हे निर्गुण सब टेक। हे गोविंद हे गुण निदान जाकै सदा विवेक। हे अपरंपर हर हरे है भी होवनहार। हे संतां कै सदा संग निधारा आधार। हे ठाकर हों दासरो मैं निर्गुण गुण नहीं कोय। नानक दीजै नाम दान राखो ही है परोए। आए प्रभ शरणागति कृपा निध दयाल।
ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਹਰ ਪ੍ਰੀਤਮ ਕੀ। ਤੁਹਾਡੇ ਆਪਣੇ ਚੈਨਲ ਗੁਰਸੋਭਾ ਟੀਵੀ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਕੋਈ ਬਾਤ YouTube ਤੇ ਕਥਾ ਕੀਰਤਨ ਸਰਵਣ ਕਰਨ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਸੋ ਮੇਰਾ ਵੀ